हाँ जी स्टूडेंट्स, उम्मीद है सारे जने ठीक होंगे तुसी। तो अज ਆਪਾਂ ਜਿਹੜਾ ਹੈਗਾ ਨੈਕਸਟ ਟੌਪਿਕ ਕਰਨ ਲੱਗੇ ਹਾਂ, ਉਹਦਾ ਨਾਮ ਹੈ ਵੈਕਟਰ ਪ੍ਰੋਡਕਟ। ਜਿਸ ਤਰ੍ਹਾਂ ਆਪਾਂ ਸਕੇਲਰ ਪ੍ਰੋਡਕਟ ਕੀਤਾ ਸੀ, ਬਿਲਕੁਲ ਉਵੇਂ ਹੀ ਵੈਕਟਰ ਪ੍ਰੋਡਕਟ ਹੈ। ਬਸ ਉਹਦੇ ਵਿੱਚ ਕੀ ਸੀਗਾ ਕਿ ਦੋ ਵੈਕਟਰ ਦਾ ਜਦ ਆਪਾਂ ਡਾਟ ਪ੍ਰੋਡਕਟ ਕਰਦੇ ਸੀ, ਸਕੇਲਰ ਪ੍ਰੋਡਕਟ ਕਰਦੇ ਸੀ, ਆਨਸਰ ਆਉਂਦਾ ਸੀਗਾ ਸਕੇਲਰ। ਪਰ ਇਹਦੇ ਵਿੱਚ ਕੀ ਹੈ, ਜਿਵੇਂ ਦੀ ਡੈਫੀਨੇਸ਼ਨ ਲਿਖੀ ਹੈ, ਦ ਵੈਕਟਰ ਪ੍ਰੋਡਕਟ ਔਰ ਕ੍ਰਾਸ ਪ੍ਰੋਡਕਟ ਆਫ ਟੂ ਵੈਕਟਰ ਏ ਐਂਡ ਬੀ ਇਜ਼ ਅਨਦਰ ਵੈਕਟਰ। ਮਤਲਬ ਪ੍ਰੋਡਕਟ ਕਰਨ ਤੋਂ ਬਾਅਦ ਜਿਹੜਾ ਆਨਸਰ ਆਊਗਾ ਉਹ ਵੀ ਵੈਕਟਰ ਹੋਊਗਾ। ਤੇ whose magnitude is equal to the product of the magnitude of two vector and sine of smaller angle between them। ਬਿਲਕੁਲ ਉਮੀ ਹੈ ਜਿਵੇਂ ਆਪਾਂ ਪਿਛਲਾ ਕੀਤਾ ਸੀ। ਉਹਦੇ ਵਿੱਚ ਕੀ ਸੀਗਾ ਕਿ ਡਾਟ ਪ੍ਰੋਡਕਟ ਜਾਂ ਸਕੇਲਰ ਪ੍ਰੋਡਕਟ ਸੀ ਜਿਹੜਾ, ਉਹ ਦੋਨੇ ਵੈਕਟਰਾਂ ਦੀ ਮੈਗਨੀਚਿਊਡ ਦੀ ਗੁਣਾ ਅਤੇ ਉਹਨਾਂ ਵਿਚਾਲੇ ਸਮਾਲਰ ਕੌਸ ਐਂਗਲ ਦੇ ਬਰਾਬਰ ਸੀਗਾ। ਪਰ ਇਹਦੇ 'ਚ ਕੀ ਹੈ, ਇਹਨੂੰ ਲਿਖਣ ਵੇਲੇ ਏ ਕ੍ਰੋਸ ਬੀ ਪਾਵਾਂਗੇ ਆਪਾਂ, ਠੀਕ ਹੈ। ਉੱਪਰ ਵੈਕਟਰ ਪਾਵਾਂਗੇ, ਬਰਾਬਰ ਹੈ ਏ ਬੀ, ਇਹ 'ਚ ਪਊਗਾ ਸਾਈਨ ਥੀਟਾ, ਠੀਕ ਹੈ। ਬਿਲਕੁਲ ਸੇਮ ਉਹੀ ਫਾਰਮੂਲਾ, ਬਸ ਇਹ 'ਚ ਏ ਬੀ ਕੌਸ ਥੀਟਾ ਸੀ ਪਹਿਲਾਂ ਡਾਟ ਪ੍ਰੋਡਕਟ 'ਚ, ਹੁਣ ਇਹਦੇ ਵਿੱਚ ਕੀ ਹੈ ਏ ਬੀ ਸਾਈਨ ਥੀਟਾ। ਆਪਣੇ ਕੋਲੇ ਏ ਕੀ ਹੈ ਮੈਗਨੀਚਿਊਡ ਹੈਗਾ ਵੈਕਟਰ ਏ ਦਾ, ਬੀ ਕੀ ਹੈ ਮੈਗਨੀਚਿਊਡ ਬੀ ਵੈਕਟਰ ਬੀ ਦਾ, ਅਤੇ ਇਹ ਕੀ ਹੈ ਦੋਨਾਂ ਵਿਚਾਲੇ ਛੋਟਾ ਐਂਗਲ ਜਿਹੜਾ ਹੈਗਾ ਉਹਦਾ ਸਾਈਨ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਨੈਕਸਟ ਕੀ ਹੈ, ਹੁਣ ਜਿਵੇਂ ਆਪਾਂ ਉਹਦੇ ਵਿੱਚ ਕੀਤਾ ਸੀਗਾ ਉਹ ਰਿਪਰੈਜ਼ੈਂਟ ਕਰਨਾ ਵੀ ਆਪਾਂ ਏ ਡਾਟ ਬੀ ਨੂੰ ਆਪਾਂ ਹੋਰ ਉਹਦੀ ਡੈਫੀਨੇਸ਼ਨ ਬਣਾਈਆਂ ਸੀਗੀਆਂ, ਤੁਹਾਨੂੰ ਯਾਦ ਹੋਊਗਾ ਕੀ ਬਣਾਈਆਂ ਸੀਗੀਆਂ ਕਿ ਏ ਡਾਟ ਬੀ ਬਰਾਬਰ ਹੈ ਏ ਬੀ ਕੌਸ ਥੀਟਾ। ਆਪਾਂ ਨੂੰ ਕੀ ਕਿਹਾ ਸੀਗਾ ਕਿ ਇਹਨੂੰ ਆਪਾਂ ਐਂ ਵੀ ਕਹਿ ਸਕਦੇ ਹਾਂ ਕਿ ਏ ਗੁਣਾ ਬੀ ਕੌਸ ਥੀਟਾ। ਬੀ ਕੌਸ ਥੀਟਾ ਕੀ ਹੈ, ਵੈਕਟਰ ਬੀ ਦਾ ਏ ਦੀ ਦਿਸ਼ਾ ਦੇ ਵਿੱਚ ਕੰਪੋਨੈਂਟ। ਬਿਲਕੁਲ ਉਸੇ ਤਰੀਕੇ ਨਾਲ ਇਹਨੂੰ ਵੀ ਆਪਾਂ ਕਹਿ ਸਕਦੇ ਹਾਂ। ਦੇਖੋ ਨੇ ਕੀ ਲਿਖਿਆ, ਇਟ ਰਿਪਰੈਜ਼ੈਂਟ ਐਜ਼ ਏ ਕ੍ਰੋਸ ਬੀ ਐਂਡ ਰੀਡ ਐਜ਼ ਏ ਕ੍ਰੋਸ ਬੀ if theta is a smaller angle between a and b then a cross b is equal to c। मतलब नवा वैक्टर आ गया is equal to a b sin theta c कैप। ਹੁਣ c कैप क्यों ਲਾਇਆ ਨਾਲ, ਸਮਝੋ ਗੱਲ ਨੂੰ। c कैप क्यों ਲਾਇਆ ਨਾਲ, ਕਿਉਂਕਿ ਇਹ ਵੈਕਟਰ ਕੁਆਂਟੀਟੀ ਹੈ। ਉਹ ਸਕੇਲਰ ਸੀ, ਉਹਦੇ ਨਾਲ ਕੋਈ ਦਿਸ਼ਾ ਨਹੀਂ ਲੱਗੀ, ਇਹਦੇ ਵਿੱਚ ਨਾਲ ਕੀ ਲੱਗੀ ਹੈ ਦਿਸ਼ਾ ਲੱਗੀ ਹੈ। c कैप ਕੀ ਹੈ, ਯੂਨਿਟ ਵੈਕਟਰ ਹੈ ਇਨ ਦਾ ਡਾਇਰੈਕਸ਼ਨ ਆਫ c ਐਂਡ ਡਾਇਰੈਕਸ਼ਨ ਆਫ c ਔਰ c कैप, ਠੀਕ ਹੈ। ਡਾਇਰੈਕਸ਼ਨ ਆਫ c ਵੈਕਟਰ ਜਾਂ c कैप ਜਿਹੜਾ ਹੈਗਾ, ਇਹ ਵੈਕਟਰ ਪ੍ਰੋਡਕਟ ਆਫ ਟੂ ਵੈਕਟਰ ਇਜ਼ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਦਾ ਏ ਐਂਡ ਬੀ। ਹੁਣ ਇਹਦਾ ਕੀ ਮਤਲਬ ਹੋਇਆ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਏ ਐਂਡ ਬੀ। ਬਿਲਕੁਲ ਇਹਨੂੰ ਤੁਸੀਂ ਆਹ ਨੀਚੇ ਫਿਗਰ ਦੇਖੋ, ਜਿਹੜੀ ਆਹ ਫਿਗਰ ਦਿੱਤੀ ਹੋਈ ਹੈ ਤੁਹਾਡੇ ਕੋਲੇ, ਆਹ ਵਾਲੀ, ਇਸ ਫਿਗਰ ਨੂੰ ਦੇਖੋ। ਇਹ 'ਚ ਦੋ ਵੈਕਟਰ ਦਿਖਾਏ ਗਏ ਨੇ। ਦੋ ਵੈਕਟਰ ਪਲੇਨ ਮੀਨਸ ਜਿਵੇਂ ਤੁਸੀਂ ਬਲੈਕ ਬੋਰਡ ਹੈ ਜਾਂ ਇੱਕ ਤੁਹਾਡੀ ਕਾਪੀ ਹੈ, ਕਾਪੀ ਨੂੰ ਤੁਸੀਂ ਇੱਕ ਪਲੇਨ ਮੰਨੋ। ਵੈਕਟਰ ਏ ਵੀ ਕਾਪੀ ਦੇ ਉੱਪਰ ਬਣਿਆ ਹੋਇਆ, ਵੈਕਟਰ ਬੀ ਵੀ ਕਾਪੀ ਦੇ ਉੱਪਰ ਬਣਿਆ ਹੈ, ਪਰ ਵੈਕਟਰ ਸੀ ਦੀ ਦਿਸ਼ਾ ਕਿੱਧਰ ਨੂੰ ਆਊਗੀ, ਕਾਪੀ ਦੇ ਪਰਪੈਂਡੀਕੂਲਰ। ਬਿਲਕੁਲ ਦੇਖੋ ਮੇਰੇ ਹੱਥ ਵੱਲ ਦੇਖੋ, ਜਿਸ ਤਰ੍ਹਾਂ ਇਹ ਅੰਗੂਠਾ ਜਿਹੜਾ ਹੈਗਾ ਇਹ ਵੈਕਟਰ ਏ ਅਤੇ ਬੀ ਹੈ, ਮੰਨ ਲਓ ਇਹ ਇਸ ਤਰ੍ਹਾਂ ਬਣੇ ਹੋਏ ਨੇ ਵੈਕਟਰ ਏ ਅਤੇ ਬੀ। ਤਾਂ ਜਿਹੜਾ ਵੈਕਟਰ ਸੀ ਕਿਵੇਂ ਆਊਗਾ, ਇਹਨਾਂ ਦੋਹਾਂ ਦੇ ਪਲੇਨ ਦੇ ਪਰਪੈਂਡੀਕੂਲਰ। ਆਹ ਏ ਅਤੇ ਬੀ ਇੱਕੋ ਹੀ ਪਲੇਨ ਸਮਝਿਆ, ਤੁਹਾਨੂੰ ਪਲੇਨ ਪਹਿਲਾਂ ਵੀ ਸਮਝਾਇਆ ਸੀ ਮੈਨੇ। ਪਲੇਨ ਦਾ ਮਤਲਬ ਹੁੰਦਾ ਇਹ ਇੱਕ ਜਿਹਦੀ ਲੰਬਾਈ ਚੜਾਈ ਦੇ ਵਿੱਚ ਹੁੰਦੇ ਨੇ, 2 ਡਾਇਮੈਂਸ਼ਨਲ ਚੀਜ਼ ਹੁੰਦੀ ਹੈ ਪਲੇਨ, ਠੀਕ ਹੈ। 3 ਡਾਇਮੈਂਸ਼ਨ ਨਹੀਂ ਹੁੰਦੀ, ਮੋਟਾਈ ਨਹੀਂ ਹੁੰਦੀ। ਤਾਂ ਪਰ ਇਹਦੀ ਦਿਸ਼ਾ ਕਿੱਧਰ ਨੂੰ, ਇਹ ਦੋਨੇ ਵੈਕਟਰ ਇੱਕੋ ਪਲੇਨ 'ਚ ਨੇ, ਤਾਂ ਜਿਹੜਾ ਸੀ ਵੈਕਟਰ ਆਊਗਾ ਉਹਦੀ ਡਾਇਰੈਕਸ਼ਨ ਇਹਨਾਂ ਦੋਹਾਂ ਦੇ ਕੀ ਹੈ ਪਰਪੈਂਡੀਕੂਲਰ ਹੈ। ਸੀ ਦੀ ਡਾਇਰੈਕਸ਼ਨ ਦੋਨਾਂ ਦੇ ਪਰਪੈਂਡੀਕੂਲਰ ਹੈ। ਅਤੇ ਡਾਇਰੈਕਸ਼ਨ ਕਿਵੇਂ ਫਾਈਂਡ ਕਰਨੇ ਆ, ਡਾਇਰੈਕਸ਼ਨ ਫਾਈਂਡ ਕਰਨ ਵਾਸਤੇ ਸਾਡੇ ਕੋਲ ਦੋ ਰੂਲ ਨੇ। ਦੇਖੋ, ਰਾਈਟ ਹੈਂਡ ਸਕਰਿਊ ਰੂਲ ਅਤੇ ਰਾਈਟ ਹੈਂਡ ਥੰਬ ਰੂਲ, ਠੀਕ ਹੈ। ਰਾਈਟ ਹੈਂਡ ਸਕਰਿਊ ਰੂਲ ਕੀ ਕਹਿੰਦਾ, ਸਕਰਿਊ ਕੀ ਹੁੰਦਾ ਨਟ, ਪੇਚ। ਆ ਦੇਖੋ, ਆ ਦਿਖਾ ਰੱਖਿਆ ਪੇਚ, ਠੀਕ ਹੈ। ਇਹ ਕੀ ਕਹਿੰਦਾ, ਇਟ ਸਟੇਟ ਦੈਟ ਇਫ ਦਾ ਰਾਈਟ ਹੈਂਡ ਸਕਰਿਊ ਪਲੇਸਡ ਵਿਦ ਐਕਸਿਸ ਪਰਪੈਂਡੀਕੂਲਰ ਟੂ ਦਾ ਪਲੇਨ ਕੰਟੇਨਿੰਗ ਦਾ ਟੂ ਵੈਕਟਰ ਏ ਐਂਡ ਬੀ rotated from vector direction A to direction B through a smaller angle, then rise sense of the advancement of the tip of the screw give the direction of A cross B। ਮਤਲਬ ਕੀ ਹੈ, ਹੁਣ ਤੁਹਾਡੇ ਸਾਰਿਆਂ ਨੇ ਸਕਰੂ ਤਾਂ ਕਦੇ ਨਾ ਕਦੇ ਕੋਈ ਨਟ ਕੱਸਿਆ ਹੋਊਗਾ, ਸਕਰੂ ਕੱਸਿਆ ਹੋਊਗਾ। ਦੇਖੋ ਨੇ ਇੱਕ ਸਕਰੂ ਖੜਾ ਕੀਤਾ ਹੋਇਆ ਹੈ, ਉਹਦੇ ਇੱਕ ਨੀਚੇ ਵੈਕਟਰ A ਦਿਖਾ ਰੱਖਿਆ, ਇੱਕ ਵੈਕਟਰ B ਦਿਖਾ ਰੱਖਿਆ, ਠੀਕ ਹੈ। ਵੀ ਜੇਕਰ ਸਕਰੂ ਦਾ ਬੇਸ ਹੈ ਜਿਹੜਾ ਉਹ ਉਸੇ ਪੇਜ ਦੇ ਉੱਪਰ ਹੈ, ਉਸ ਬੇਸ ਦੇ ਉੱਪਰ ਹੈ ਜਿਹਦੇ 'ਚ A ਵੈਕਟਰ ਵੀ ਬਣਿਆ ਹੋਇਆ ਅਤੇ B ਵੀ ਬਣਿਆ ਹੋਇਆ। ਅਤੇ ਜੇ ਆਪਾਂ ਸਕਰਿਊ ਨੂੰ ਘੁਮਾਈਏ, ਕਿਵੇਂ ਘੁਮਾਈਏ, A ਤੋਂ B, ਮਤਲਬ ਐਂਟੀ ਕਲੋਕਵਾਈਜ਼ ਸਮਝਦੇ ਹੋ, ਘੜੀ ਦੀ ਸੂਈਆਂ ਦੇ ਉਲਟ। A ਤੋਂ B ਵੱਲ ਘੁਮਾਈਏ, ਸਕਰੂ ਕਿੱਧਰ ਨੂੰ ਘੁੰਮੇ A ਤੋਂ B, ਤਾਂ ਸੋਚ ਕੇ ਦੇਖੋ ਸਕਰੂ ਕਿੱਧਰ ਨੂੰ ਜਾਊਗਾ, ਉੱਪਰ ਨੂੰ ਜਾਊਗਾ। ਦੇਖੋ ਸਕਰੂ ਕਿੱਧਰ ਨੂੰ ਜਾ ਰਿਹਾ, ਉੱਪਰ ਨੂੰ ਜਾ ਰਿਹਾ। ਤਾਂ C ਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਉੱਪਰ ਨੂੰ ਹੈ। A ਅਤੇ B ਦਾ ਜਿਹੜਾ ਪਲੇਨ ਹੈਗਾ ਉਹਦੇ ਉੱਪਰ ਨੂੰ। ਪਰ ਕਦੋਂ ਉੱਪਰ ਨੂੰ ਹੈ, ਜੇ ਸਕਰੂ ਨੂੰ ਕਿੱਧਰ ਘੁੰਮ ਰਿਹਾ, A ਤੋਂ B ਘੁੰਮ ਰਿਹਾ। ਪਰ ਜੇ ਤਾਂ ਉਲਟ ਕਰ ਦਈਏ ਆਪਾਂ, ਜੇ ਸਕਰੂ ਨੂੰ ਘੁਮਾਈਏ B ਤੋਂ A, ਸਕਰੂ ਨੂੰ ਘੁਮਾਈਏ B ਤੋਂ A ਕਲੋਕਵਾਈਜ਼ ਘੜੀ ਦੀ ਦਿਸ਼ਾ ਦੇ ਨਾਲ, ਤਾਂ ਸਕਰੂ ਕਿੱਧਰ ਨੂੰ ਆਊਗਾ, ਨੀਚੇ ਨੂੰ ਆਊਗਾ। ਤਾਂ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੋ ਜੂਗੀ, ਫਿਰ ਡਾਇਰੈਕਸ਼ਨ ਨੀਚੇ ਨੂੰ ਹੋ ਜੂਗੀ। ਫਿਰ ਸਮਝ ਲੱਗੀ। ਇਸੇ ਤਰੀਕੇ ਨਾਲ ਲਿਖਿਆ, ਵੈਕਟਰ A ਐਂਡ B ਲਾਈ ਇਨ ਦਾ ਪਲੇਨ ਆਫ ਦਾ ਪੇਪਰ। ਪਲੇਨ ਆਫ ਪੇਪਰ ਮਤਲਬ ਪੇਪਰ ਦੇ ਉੱਪਰ ਬਣੇ ਹੋਏ ਨੇ।
ਦੈਨ ਦਾ ਡਾਇਰੈਕਸ਼ਨ ਆਫ ਦਾ ਕ੍ਰਾਸ ਪ੍ਰੋਡਕਟ, ਤਾਂ A ਤੇ B ਦੇ ਜਿਹੜੀ ਡਾਇਰੈਕਸ਼ਨ ਬਣੂਗੀ ਕ੍ਰਾਸ ਪ੍ਰੋਡਕਟ ਦੀ, ਉਹ ਰਾਈਟ ਹੈਂਡ ਸਕਰੂ ਰੂਲ ਦੇ ਨਾਲ ਪਰਪੈਂਡੀਕੂਲਰ ਬਣੂਗੀ ਟੂ ਦਾ ਪਲੇਨ ਆਫ ਪੇਪਰ। ਜੇ ਤਾਂ ਹੈਗਾ A ਤੋਂ B ਘੁਮਾ ਰਹੇ ਹਾਂ ਫਿਰ ਤਾਂ ਪਰਪੈਂਡੀਕੂਲਰ ਬਣ ਗਈ, ਜੇ ਘੁਮਾਈਏ B ਤੋਂ A ਫਿਰ ਕਿੱਧਰ ਬਣੂਗੀ ਤਾਂ ਫਿਰ ਵੀ ਪਰਪੈਂਡੀਕੂਲਰ, ਪਰ ਕਿੱਧਰ ਨੂੰ? ਇਹਨੂੰ ਤਾਂ ਬੋਲਿਆ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਆਊਟਵਰਡ, ਉਹਨੂੰ ਬੋਲਾਂਗੇ ਪਰਪੈਂਡੀਕੂਲਰ ਟੂ ਦਾ ਪਲੇਨ ਆਫ ਪੇਪਰ ਇਨਵਰਡ, ਮਤਲਬ ਅੰਦਰ ਵੱਲ ਨੂੰ, ਨੀਚੇ ਵੱਲ ਨੂੰ। ਇਹ ਤਾਂ ਸਕਰੂ ਜਾ ਰਿਹਾ ਉੱਪਰ ਵੱਲ ਨੂੰ, ਆਊਟਵਰਡ ਜਾ ਰਿਹਾ। ਇਹ ਫਿਰ ਜੇ B ਤੋਂ A ਘੁਮਾਵਾਂਗੇ ਤਾਂ ਕਿੱਧਰ ਨੂੰ ਜਾਊਗਾ? ਨੀਚੇ ਵੱਲ ਨੂੰ ਜਾਊਗਾ। ਇਸੇ ਤਰੀਕੇ ਨਾਲ ਸਾਡੇ ਕੋਲ ਕੀ ਹੈ, ਰਾਈਟ ਹੈਂਡ ਥੰਬ ਰੂਲ ਹੈ। ਇਹ ਕੀ ਕਹਿੰਦਾ? ਕਹਿੰਦਾ ਇਫ ਇਟ ਸਟੇਟ ਦੈਟ ਇਫ ਵੀ ਕਰਲ ਦਾ ਫਿੰਗਰ ਆਫ ਰਾਈਟ ਹੈਂਡ ਕੀਪਿੰਗ ਦਾ ਥੰਬ ਇਰੈਕਟ ਇਨ ਸੱਚ ਏ ਵੇ ਦੈਟ ਅ ਫਿੰਗਰ ਪੁਆਇੰਟ ਇਨ ਦਾ ਡਾਇਰੈਕਸ਼ਨ ਰੋਟੇਸ਼ਨ। ਦੇਖੋ ਆਹ ਰਾਈਟ ਹੈਂਡ ਥੰਬ ਰੂਲ ਹੈ। ਕਹਿੰਦਾ ਆਪਣੇ ਅੰਗੂਠੇ, ਸੱਜੇ ਹੱਥ ਦੇ ਅੰਗੂਠੇ ਤੇ ਉਂਗਲਾਂ ਨੂੰ ਇਸ ਤਰ੍ਹਾਂ ਕਰੋ, ਤਾਂ ਉਂਗਲਾਂ ਦੀ ਗੁਲਾਈ, ਹੁਣ ਦੇਖੋ ਉਂਗਲਾਂ ਦੀ ਗੁਲਾਈ ਕਿੱਧਰ ਨੂੰ ਹੈ? ਇਹ ਐਵੇਂ ਹੈ, ਇਹ ਕਿੱਧਰ ਨੂੰ ਹੋ ਗਈ? ਐਂਟੀ ਕਲੌਕਵਾਈਜ਼ ਹੈ ਇਹ। ਜੇ ਉਂਗਲਾਂ ਦੀ ਗੁਲਾਈ ਸਾਨੂੰ ਇਹ ਦੱਸੇ ਕਿ ਵੈਕਟਰ ਕਿੱਧਰ ਨੂੰ ਘੁੰਮ ਰਿਹਾ, ਵੀ A ਤੋਂ B ਘੁੰਮ ਰਿਹਾ ਕਿ B ਤੋਂ A ਘੁੰਮ ਰਿਹਾ, ਮਤਲਬ ਜੇ ਵੈਕਟਰ ਘੁੰਮੇ ਐਂਟੀ ਕਲੌਕਵਾਈਜ਼, ਤਾਂ ਅੰਗੂਠੇ ਦੀ ਦਿਸ਼ਾ ਕਿੱਧਰ ਨੂੰ ਹੈ? ਉੱਪਰ ਨੂੰ। ਜੇ ਵੈਕਟਰ ਘੁੰਮੂਗਾ ਕਲੌਕਵਾਈਜ਼, ਦੇਖੋ ਕਲੌਕਵਾਈਜ਼ ਘੜੀ ਦੀਆਂ ਦਿਸ਼ਾ ਦੇ ਨਾਲ ਇਹ ਕਲੌਕਵਾਈਜ਼ ਘੁੰਮ ਗਈਆਂ, ਦੇਖੋ ਉਂਗਲਾਂ ਦੀ ਗੁਲਾਈ ਕਿੱਧਰ ਨੂੰ ਹੈ? ਕਲੌਕਵਾਈਜ਼। ਤਾਂ ਡਾਇਰੈਕਸ਼ਨ ਕਿੱਧਰ ਨੂੰ ਹੈ? ਅੰਗੂਠੇ ਦੀ ਨੀਚੇ ਨੂੰ। ਤਾਂ ਚਾਹੇ ਤਾਂ ਅਸੀਂ A ਕ੍ਰੋਸ B ਦੀ ਡਾਇਰੈਕਸ਼ਨ ਰਾਈਟ ਹੈਂਡ ਸਕਰੂ ਰੂਲ ਦੇ ਨਾਲ ਕੱਢ ਲਈਏ, ਚਾਹੇ ਰਾਈਟ ਹੈਂਡ ਥੰਬ ਰੂਲ ਦੇ ਨਾਲ, ਇੱਕੋ ਗੱਲ ਹੈ। ਸਮਝ ਲੱਗ ਗਈ ਮੇਰੀ ਗੱਲ? ਹੁਣ ਉਸ ਤੋਂ ਬਾਅਦ ਸਾਡੇ ਕੋਲੇ ਤੁਹਾਨੂੰ ਯਾਦ ਹੋਊਗਾ ਫਿਰ ਆਪਾਂ ਨੇ ਕੀਤਾ ਸੀਗਾ ਕਿ ਜੇਕਰ ਆਪਾਂ ਜਿਵੇਂ A ਡਾਟ B ਨੂੰ ਆਪਾਂ ਕੀ ਲਿਖਿਆ ਸੀਗਾ? AB cos ਥੀਟਾ, ਤੇ ਇਹਨੂੰ ਕੀ ਲਿਖ ਸਕਦੇ ਸੀ ਆਪਾਂ? A ਗੁਣਾ B cos ਥੀਟਾ ਜਾਂ B ਗੁਣਾ A cos ਥੀਟਾ। ਉਸੇ ਤਰੀਕੇ ਨਾਲ ਜਿਵੇਂ ਆ ਦੇਖੋ ਨੇ ਕੀ ਲਿਖਿਆ, ਜਮੈਟਰੀਕਲ ਇੰਟਰਪ੍ਰੀਟੇਸ਼ਨ, ਉਹ ਵੀ ਉਹਦੀ ਜਮੈਟਰੀਕਲ ਇੰਟਰਪ੍ਰੀਟੇਸ਼ਨ ਸੀ। ਜਮੈਟਰੀਕਲ ਇੰਟਰਪ੍ਰੀਟੇਸ਼ਨ ਇਹ 'ਚ ਦੇਖੋ ਦੋ ਵੈਕਟਰ ਦਿਖਾਏ ਨੇ, ਇੱਕ ਵੈਕਟਰ A ਦਿਖਾਇਆ, ਇੱਕ ਵੈਕਟਰ B ਦਿਖਾਇਆ। ਦੋਨਾਂ ਨੂੰ ਕੰਪਲੀਟ ਕਰਕੇ ਕੀ ਬਣਾ ਲਈ? ਇੱਕ ਪੈਰਲੋਗ੍ਰਾਮ ਬਣਾ ਲਈ ਆਪਣੇ। ਆਹ ਇੱਕ ਪਰਪੈਂਡੀਕੂਲਰ ਖਿੱਚਤਾ ਉਹ QN। ਕਹਿੰਦਾ ਕੰਸੀਡਰ ਕਰੋ A ਤੇ B ਨੇ ਜਿਹੜੇ ਉਹ ਦੋ ਸਾਈਡਾਂ ਨਾਲ ਦਿਖਾਏ ਨੇ OP ਤੇ OQ, ਤੇ ਆਹ ਐਂਗਲ ਹੈ ਵਿਚਾਲੇ P ਤੇ Q ਦੇ ਵਿਚਾਲੇ ਥੀਟਾ, ਆਹ ਐਂਗਲ ਹੈ ਵਿਚਾਲੇ ਬਣਿਆ ਹੋਇਆ ਥੀਟਾ। ਠੀਕ ਹੈ, ਤੇ ਪੈਰਲੋਗ੍ਰਾਮ ਪੂਰੀ ਕਰ ਲਈ OPQR, ਤੇ ਇੱਕ ਪਰਪੈਂਡੀਕੂਲਰ ਬਣਾਤਾ QN ਕਿਹਦੇ ਉੱਪਰ? OP ਦੇ ਉੱਪਰ। ਤਾਂ A ਕ੍ਰੋਸ B ਨੂੰ ਆਪਾਂ ਕੀ ਲਿਖ ਸਕਦੇ ਹਾਂ? AB ਸਾਈਨ ਥੀਟਾ, ਜਾਂ A ਕੀ ਹੈ? OP, B ਕੀ ਹੈ? OQ ਸਾਈਨ ਥੀਟਾ। ਹੁਣ OP ਨੂੰ ਅਲੱਗ ਲਿਖਤਾ, Q ਸਾਈਨ ਥੀਟਾ ਨੂੰ ਅਲੱਗ ਲਿਖਤਾ। ਹੁਣ ਜੇ ਮੈਂ ਵੈਸੇ ਸਾਈਨ ਥੀਟਾ ਕੱਢਣਾ ਹੋਵੇ, ਆਹ ਟ੍ਰਾਇੰਗਲ 'ਚ ਦੇਖੋ, ਕਿਹੜੀ ਟ੍ਰਾਇੰਗਲ 'ਚ? OQN 'ਚ, OQN 'ਚ। ਤਾਂ ਸਾਈਨ ਥੀਟਾ ਕਾਹਦੇ ਬਰਾਬਰ ਹੁੰਦਾ? ਉਹ ਹੁੰਦਾ ਪਰਪੈਂਡੀਕੂਲਰ ਬਟਾ ਹਾਈਪੋਟੀਨਿਊਸ, ਪਰਪੈਂਡੀਕੂਲਰ ਬਟਾ ਹਾਈਪੋਟੀਨਿਊਸ। ਤਾਂ ਪਰਪੈਂਡੀਕੂਲਰ ਕਿਹੜਾ ਹੋ ਗਿਆ? ਆਹ ਵਾਲਾ NQ। ਹਾਈਪੋਟੀਨਿਊਸ ਕੀ ਹੋ ਗਿਆ? OQ। ਤਾਂ NQ ਬਟਾ OQ। ਤਾਂ NQ ਕਾਹਦੇ ਬਰਾਬਰ ਆ ਗਿਆ? OQ ਨੂੰ ਪਰਲੇ ਪਾਸੇ ਗੁਣਾ ਕਰਤੀ ਤਾਂ ਬਣ ਗਿਆ OQ ਸਾਈਨ ਥੀਟਾ। ਇਹਦਾ ਮਤਲਬ ਕੀ ਹੋ ਗਿਆ? A ਕ੍ਰੋਸ B ਬਰਾਬਰ ਹੈ OP ਗੁਣਾ NQ, OP ਗੁਣਾ NQ। ਧਿਆਨ ਨਾਲ ਦੇਖੋ, OP ਗੁਣਾ NQ ਇਹ ਕਾਹਦਾ ਫਾਰਮੂਲਾ ਹੈ? ਏਰੀਆ ਆਫ ਦਾ ਪੈਰਲੋਗ੍ਰਾਮ। ਕੀ ਫਾਰਮੂਲਾ ਹੁੰਦਾ ਕਿ ਪੈਰਲ ਸਾਈਡਾਂ 'ਚੋਂ ਇੱਕ ਸਾਈਡ ਅਤੇ ਉਹਨਾਂ ਦੇ ਵਿਚਾਲੇ ਦਾ ਪਰਪੈਂਡੀਕੂਲਰ ਡਿਸਟੈਂਸ, ਉਹਨਾਂ ਦੇ ਵਿਚਾਲੇ ਦਾ ਲੰਬਾਤਮਕ ਦੂਰੀ ਨੂੰ ਦੀ ਗੁਣਾ ਨੂੰ ਆਪਾਂ ਕੀ ਬੋਲਦੇ ਹਾਂ? ਏਰੀਆ ਆਫ ਦਾ ਪੈਰਲੋਗ੍ਰਾਮ ਬੋਲਦੇ ਹਾਂ। ਤਾਂ ਇਹਦਾ ਮਤਲਬ ਜੇ ਮੈਂ ਏਰੀਆ ਪੈਰਲੋਗ੍ਰਾਮ ਦਾ ਕੱਢਣਾ ਹੋਵੇ ਤਾਂ ਮੈਂ ਕਿਵੇਂ ਕੱਢ ਸਕਦਾ? ਜੇ ਮੈਨੂੰ ਦੋ ਵੈਕਟਰ ਦੇਤੇ ਅਤੇ ਮੈਨੂੰ ਕਹਿਤਾ ਕਿ ਇਹਨਾਂ ਦੋ ਵੈਕਟਰਾਂ ਤੋਂ ਇੱਕ ਪੈਰਲੋਗ੍ਰਾਮ ਬਣ ਰਹੀ ਹੈ, ਤਾਂ ਉਹਦਾ ਏਰੀਆ ਕੱਢੋ। ਤਾਂ ਏਰੀਆ ਕਿਵੇਂ ਕੱਢਾਂਗੇ? ਉਹਨਾਂ 'ਚੋਂ ਇੱਕ ਵੈਕਟਰ ਲੈ ਲਾਂਗੇ ਅਤੇ ਉਹਦੇ ਵੈਕਟਰ ਦੇ ਉੱਪਰ ਜਿਹੜਾ ਪਰਪੈਂਡੀਕੂਲਰ ਡਿਸਟੈਂਸ ਹੈਗਾ, ਠੀਕ ਹੈ, ਉਹ ਕੱਢ ਲਾਂਗੇ, ਸਾਨੂੰ ਦਿੱਤਾ ਹੋਊਗਾ ਉਹ, ਤਾਂ ਉਹਨਾਂ ਦੋਨਾਂ ਦੀ ਗੁਣਾ ਕਰ ਦਾਂਗੇ, ਸਾਡੇ ਕੋਲ ਕੀ ਆ ਜਾਊਗਾ? ਏਰੀਆ ਆਫ ਦਾ ਪੈਰਲੋਗ੍ਰਾਮ। ਮਤਲਬ ਇਹ ਨਮੈਰੀਕਲ ਪਰਪਜ਼ ਵਾਸਤੇ ਫਾਰਮੂਲਾ ਕੰਮ ਆਊਗਾ ਸਾਡੇ ਕੋਲ। ਹੁਣ ਇਹ ਦੇਖੋ, ਜਿਹੜੀ ਤੁਹਾਡੀ ਆਹ ਪੈਰਲੋਗ੍ਰਾਮ ਬਣੀ ਹੋਈ ਹੈ, 'ਚ ਦੋ ਟ੍ਰਾਇੰਗਲਾਂ ਬਣੀਆਂ ਹੋਈਆਂ ਨੇ, ਇੱਕ ਤਾਂ OQP ਅਤੇ ਇੱਕ ਆਹ ਲਾਈਨ ਵਿਚਾਲੇ ਬਣੀ ਹੈ। ਇਹਨੇ ਦੋ ਟ੍ਰਾਇੰਗਲਾਂ ਬਣਾਤੀਆਂ ਵਿਚਾਲੇ, ਇੱਕ ਬਣਾਤੀ OPQ, ਇੱਕ ਬਣਾਤੀ PQR। ਤਾਂ ਜੇ ਏਰੀਆ ਆਫ ਪੈਰਲੋਗ੍ਰਾਮ ਇਹਦੇ ਬਰਾਬਰ ਹੈ, ਤਾਂ ਇਹ ਦੋਨੇ ਟ੍ਰਾਇੰਗਲਾਂ ਬਿਲਕੁਲ ਸੇਮ ਨੇ, ਸਮਾਨ ਨੇ, ਤਾਂ ਇੱਕ ਟ੍ਰਾਇੰਗਲ ਦਾ ਏਰੀਆ ਕਿੰਨਾ ਹੋਊਗਾ? ਇਹਨਾਂ ਦੋਹਾਂ ਦੇ ਅੱਧ ਦੇ ਬਰਾਬਰ। ਦੇਖੋ ਠੀਕ ਹੈ, ਤਾਂ ਆਲਸੋ ਕਹਿੰਦਾ A ਕ੍ਰੋਸ B ਬਰਾਬਰ ਹੈ OP ਗੁਣਾ NQ ਬਟਾ 2, ਦੋ ਨਾਲ ਗੁਣਾ ਕਰਤੀ, ਦੋ ਨਾਲ ਭਾਗ ਕਰਤੀ, ਤਾਂ ਇਹ ਕੀ ਬਣ ਗਿਆ? OP ਬਟਾ NQ ਬਟਾ ਜਿਹੜਾ 2 ਹੈ, ਇਹ ਕਾਹਦੇ ਬਰਾਬਰ ਆ ਗਿਆ? ਏਰੀਆ ਆਫ ਦਾ ਟ੍ਰਾਇੰਗਲ OQP। ਤਾਂ ਮੂਹਰੇ ਕੀ ਲਾਤਾ? 2 ਲਾਤਾ। ਇਹਦਾ ਮਤਲਬ ਕਿ ਜੇ ਆਪਾਂ ਨੇ ਟ੍ਰਾਇੰਗਲ ਦਾ ਏਰੀਆ ਕੱਢਣਾ ਹੋਵੇ ਤਾਂ ਕਿਵੇਂ ਕੱਢਾਂਗੇ? ਇਹ 2 ਨੂੰ ਪਰਲੇ ਪਾਸੇ ਲੈ ਜਾਓ ਤਾਂ ਕੀ ਬਣ ਜਾਊਗਾ? ਬਟਾ 2। ਤਾਂ ਮਤਲਬ ਜੇ ਟ੍ਰਾਇੰਗਲ ਦਾ ਏਰੀਆ ਕੱਢਣਾ ਆਪਾਂ ਨੇ A ਕ੍ਰੋਸ B ਬਟਾ 2 ਕਰ ਦਿਓ, ਤਾਂ ਸਾਡੇ ਕੋਲ ਕੀ ਨਿਕਲਿਆ ਹੋਊਗਾ? ਟ੍ਰਾਇੰਗਲ ਦਾ ਏਰੀਆ ਨਿਕਲਿਆ ਹੋਊਗਾ। ਉਮੀਦ ਹੈ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਹੋਣੀ। ਠੀਕ ਹੈ, ਹੁਣ ਉਸ ਤੋਂ ਬਾਅਦ ਦੇਖੋ ਸਾਡੇ ਕੋਲ ਕੀ ਆ ਗਿਆ। ਤਾਂ ਇਹਨੇ ਦੋ ਫਾਰਮੂਲੇ ਦਿੱਤੇ ਸਾਨੂੰ। ਕੀ ਫਾਰਮੂਲੇ ਦਿੱਤੇ?
कहना इट इज़ दस द मैगनीट्यूड ऑफ वैक्टर प्रोडक्ट ऑफ टू वैक्टर, कहना जे मतलब दो वैक्टरां का वैक्टर प्रोडक्ट करांगे इट इज़ इक्वल टू द एरिया ऑफ द पैरेललोग्राम हुज साइड्स, ये कहदे बराबर है इक्वल टू द एरिया ऑफ द पैरेललोग्राम हुज टू साइड रिप्रजेंटेड बाय द टू वैक्टर। ਇਹਦਾ मतलब ਜੇ ਕਹਿੰਦਾ ਦੋ ਵੈਕਟਰਾਂ ਦਾ ਵੈਕਟਰ ਪ੍ਰੋਡਕਟ ਕੱਢੀਏ ਉਹ ਕਾਹਦੇ ਬਰਾਬਰ ਹੈ, ਦੋਨੇ ਵੈਕਟਰਾਂ ਦੀ ਜੇਕਰ ਆਪਾਂ ਗੁਣਾ ਕਰ ਦਈਏ ਉਹਨਾਂ ਦਾ ਵੈਕਟਰ ਪ੍ਰੋਡਕਟ ਕਰ ਲਈਏ ਤਾਂ ਸਾਨੂੰ ਏਰੀਆ ਆਫ ਦਾ ਪੈਰਲੋਗ੍ਰਾਮ ਮਿਲ ਜੂਗਾ। ਤੇ ਇਹ ਕਹਿੰਦਾ ਏਰੀਆ ਉਹ ਜਿਹੜਾ ਪੈਰਲੋਗ੍ਰਾਮ ਹੈ ਉਹਦੇ ਵਿਚਾਲੇ ਜਿਹੜੇ ਦੋ ਟ੍ਰਾਇੰਗਲਾਂ ਨੇ ਉਹਨਾਂ ਦੇ ਇੱਕ ਜੇ ਇੱਕ ਦਾ ਏਰੀਆ ਪਤਾ ਹੈ ਤਾਂ ਉਹਨੂੰ ਦੋ ਨਾਲ ਗੁਣਾ ਕਰ ਦਾਂਗੇ ਤਾਂ ਸਾਡੇ ਕੋਲ ਕੀ ਨਿਕਲ ਆਊਗਾ। ਦੇਖੋ ਜੇ ਇੱਕ ਦਾ ਏਰੀਆ ਪਤਾ ਉਹਨੂੰ ਦੋ ਨਾਲ ਗੁਣਾ ਕਰ ਦਾਂਗੇ ਤਾਂ ਸਾਡੇ ਕੋਲ ਕੀ ਨਿਕਲ ਆਊਗਾ, equal to the twice the area of the triangle whose two sides are represented by the two vectors। मतलब ਅਸੀਂ ਚਾਹੇ ਤਾਂ ਟ੍ਰਾਇੰਗਲ ਦਾ ਏਰੀਆ ਕੱਢ ਲਈਏ, ਜਾਂ ਸਾਨੂੰ ਟ੍ਰਾਇੰਗਲ ਦਾ ਪਤਾ ਤਾਂ ਪੈਰਲੋਗ੍ਰਾਮ ਦਾ ਕੱਢ ਲਾਂਗੇ, ਜੇ ਪੈਰਲੋਗ੍ਰਾਮ ਦਾ ਪਤਾ ਟ੍ਰਾਇੰਗਲ ਦਾ ਕੱਢ ਲਾਂਗੇ। ਠੀਕ ਹੈ, ਜੇ ਦੋਨੇ ਵੈਕਟਰ ਪਤਾ ਨੇ ਤਾਂ ਏਰੀਆ ਟ੍ਰਾਇੰਗਲ ਦਾ ਵੀ ਕੱਢ ਸਕਦੇ ਹਾਂ ਅਤੇ ਪੈਰਲੋਗ੍ਰਾਮ ਦਾ ਵੀ ਕੱਢ ਸਕਦੇ ਹਾਂ। ਹੁਣ ਸਮ ਸਪੈਸ਼ਲ ਕੇਸਿਸ ਨੇ, ਆ ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਸਮ ਸਪੈਸ਼ਲ ਕੇਸਿਸ ਆਫ ਦਾ क्रॉस प्रोडक्ट, पहला है वैन वैक्टर्स आर पैरलर और एंटी पैरलर। पैरलर का मतलब एंगल 0 डिग्री, एंटी पैरलर का मतलब एंगल 180 डिग्री। तो जे कहता ए क्रॉस बी कर दिए चाहे तो पैरलर होण चाहे होण एंटी पैरलर, तो क्रॉस प्रोडक्ट कितनी आती है 0। हुण याद करो डॉट प्रोडक्ट आप किया कि आई क्रॉस आई डॉट जो है करांगे तो आंसर 1 आऊगा इत्थे, पर जे आई क्रॉस आई करांगे जे क्रॉस जे करांगे के क्रॉस के करांगे तो आंसर की आऊगा 0 आऊगा। मेरी गल समझ लग गई, ये वो बिल्कुल उल्ट है। ठीक है, ये बिल्कुल वो उल्ट है। ये आई क्रॉस आई करांगे वो करते सी आई क्रॉस आई आप करते सी ये तो सॉरी आई डॉट आई करते आंसर 1 आंदा सी, ये आई क्रॉस आई करांगे तो आंसर 0 आऊगा। हुण मेरी गल थोड़ा थोड़ा समझ आने लगे, वो नमैरिकल च आपां किवें वरतांगे। वो च आपां नमैरिकल जो करते सी डॉट प्रोडक्ट करते सी आई वाले दी आई नाल गुणा करते सी, जे वाले दी जे नाल, के वाले दी के नाल। पर जो आप ये नमैरिकल करांगे ये आप आई दी आई नाल नहीं कर सकते, जे दी जे नाल नहीं कर सकते, के दी के नाल नहीं कर सकते, बाकी सारे ही करांगे आप। तो इट मीन दैट करा क्रॉस प्रोडक्ट ऑफ टू पैरलर एंटी पैरलर वैक्टर इज 0। ਇਹਦਾ मतलब कहता जे दो सेम वैक्टरां ਦਾ ਜਾਂ ਜਿਹੜੇ ਵੈਕਟਰ ਪੈਰਲਰ ਨੇ ਜਾਂ ਐਂਟੀ ਪੈਰਲਰ ਨੇ ਉਹਨਾਂ ਦਾ ਜੇਕਰ क्रॉस प्रोडक्ट ਕਰਾਂਗੇ ਤਾਂ ਆਨਸਰ 0 ਆਊਗਾ। ਹੁਣ ਯਾਦ ਕਰੋ ਡਾਟ ਪ੍ਰੋਡਕਟ 0 ਕਦੋਂ ਆਇਆ ਸੀ, ਉਦੋਂ 0 ਆਇਆ ਸੀ ਜੇ ਦੋ ਵੈਕਟਰ ਪਰਪੈਂਡੀਕੂਲਰ ਹੋਣ। ਮਤਲਬ ਜੇ ਆਪਣੇ ਇਹ ਸਿੱਧ ਕਰਨਾ ਹੋਵੇ ਕਿ ਦੋ ਵੈਕਟਰ ਦੇਤੇ ਇੱਕ A ਤੇ ਇੱਕ B, ਇਹ ਪ੍ਰੂਵ ਕਰਨਾ ਹੋਵੇ ਕਿ ਦੋਸਤੋ ਇਹ ਪਰਪੈਂਡੀਕੂਲਰ ਨੇ ਕਿ ਨਹੀਂ ਤਾਂ ਆਪਾਂ ਕਰਾਂਗੇ ਡਾਟ ਪ੍ਰੋਡਕਟ। ਪਰ ਜੇ ਇਹ ਸਿੱਧ ਕਰਨਾ ਹੋਵੇ ਕਿ ਦੱਸੋ ਕਿ ਵੈਕਟਰ ਪੈਰਲਰ ਨੇ ਜਾਂ ਐਂਟੀ ਪੈਰਲਰ ਨੇ ਤਾਂ ਇਹ ਸਿੱਧ ਕਰਨਾ ਹੋਵੇ ਤਾਂ ਕਰਾਂਗੇ ਅਸੀਂ क्रॉस प्रोडक्ट, क्योंकि डॉट प्रोडक्ट 'ਚ ਪਰਪੈਂਡੀਕੂਲਰ ਵਾਲਾ ਐਂਗਲ 0 ਆਉਂਦਾ ਹੈ, ਜੇ ਐਂਗਲ ਪਰਪੈਂਡੀਕੂਲਰ 90 डिग्री ਹੋਵੇ ਤਾਂ 0 ਆਉਂਦਾ ਡਾਟ ਪ੍ਰੋਡਕਟ, ਤੇ क्रॉस प्रोडक्ट 'ਚ ਐਂਗਲ 0 ਹੋਵੇ ਜਾਂ 180 ਹੋਵੇ ਤਾਂ 0 ਆਉਂਦਾ। ਉਮੀਦ ਹੈ ਮੇਰੀ ਗੱਲ ਇੰਨੀ ਸਮਝ ਆ ਗਈ ਹੋਊਗੀ। ਹੁਣ ਅਗਲਾ ਪੁਆਇੰਟ ਦੇਖੋ, ਅਗਲੇ ਪੁਆਇੰਟ ਕੀ ਕਹਿੰਦਾ, ਇਫ ਵੈਨ ਦਾ ਵੈਕਟਰ ਪਰਪੈਂਡੀਕੂਲਰ मतलब एंगल 90 डिग्री हो तो साइन 90 का मुल कितना होंगे 1 होंगे, तुसीं 10वीं च पढ़िया। यदा मतलब ए क्रॉस बी बराबर होगा ए बी साइन 90 मतलब 1 सी कैप। ठीक है, तो यदा मतलब जे असीं आ देखो हुण ਉਹ 'ਚ ਆਪਾਂ ਨੇ आह चीज़ की ਕੀਤੀ ਸੀਗੀ डॉट प्रोडक्ट 'ਚ, ਇੱਥੇ ਆਪਾਂ ਕੀਤਾ ਸੀ आई क्रॉस जे 0 जे क्रॉस के 0 सॉरी डॉट आई डॉट जे 0 जे डॉट के 0 के डॉट आई 0। क्यों, क्योंकि cos 90 का मुल 0 होंगे, पर इत्थे उल्ट है, इत्थे साइन 90 है, साइन 90 का मुल 1 होंगे। तो असीं जो क्रॉस प्रोडक्ट के नमैरिकल करांगे तो असीं इन्हां नूं करांगे हुण गुणा, आई नूं जे नाल करांगे, जे नूं के नाल, के नूं आई नाल, आपस च नहीं करते। जे आपस च करांगे तो वो आंसर की आ जाऊगा तो 0 आ जाऊगा। फिर आ गया प्रॉपर्टीज़, जिवें आपां डॉट प्रोडक्ट दी प्रॉपर्टीज़ कीतियां सी उवें ही हुण इहदी क्रॉस प्रोडक्ट दी प्रॉपर्टीज़ ने। तो क्रॉस प्रोडक्ट ऑफ टू वैक्टर्स की है एंटी कमूलेटिव। ਇਹਦਾ ਕੀ मतलब है, हुण याद करो डॉट प्रोडक्ट ਉਹ 'ਚ ਕੀਤਾ ਸੀ ਆਪਣੇ ए डॉट बी बराबर है बी डॉट ए, क्यों, क्योंकि वो स्केलर सीगा। ठीक है, पर ये की है ए क्रॉस बी बराबर है बी क्रॉस ए मूरे माइनस आ गई। क्यों, याद करो हुण आप वैक्टर 'ਚ ਕੀ पढ़िया सी, जे डायरैक्शन उल्ट हो जाए तो मूरे माइनस आ जाती है। तो ये भी जे ए क्रॉस बी की थां तो बी क्रॉस ए करांगे तो आंसर की आ जाऊगा माइनस आऊगा। हुण इहदा प्रूफ देखो, इन्होंने प्रूफ दिखाया होया आपां नूं नाल। वैसे आपां नूं प्रूफ करन दी मतलब जिहड़ा कि 2 नंबर 'ਚ ਅਸੀਂ पा सकते हैं भी इहनूं प्रूफ करो। देखो ये 'ਚ किवें है, मान लो दो वैक्टर ने ए बी तो एंगल कितना थीटा, तो ए बी ए क्रॉस बी बराबर है सी, यानी कि ए बी साइन थीटा सी कैप। हुण सी की डायरैक्शन किधर नूं है, उपर नूं, जदों किधर नूं जा रहे हैं आपां एंटी क्लॉकवाइज। ठीक है, सी की है कहना यूनिट वैक्टर है। हुण आपां ले लो निचला केस, निचले केस की है देखो, हुण आपां जा रहे हैं बी क्रॉस ए, जो आपां बी क्रॉस जावांगे मतलब क्लॉकवाइज तो डायरैक्शन किधर नूं आ गई नीचे नूं। तो हुण आ सी की डायरैक्शन तो उपर नूं आ रही सी, इहदी डायरैक्शन किधर नूं आ रही है नीचे नूं। इहदा मतलब की हो गया ए क्रॉस बी तो बी क्रॉस ए दे विच की आऊगा विचाले माइनस आऊगा, विचाले की आऊगा माइनस आऊगा।
मेरी गल समझ आ गई। देखो की लिखे ने, डी यूनिट वैक्टर परपेंडिकुलर टू प्लेन ऑफ पेपर, डी जिहड़ा परपेंडिकुलर है पर डाउनवर्ड है, सी जिहड़ा हैगा परपेंडिकुलर है पर अपवर्ड है। तो सी ते डी बराबर ने पर विचाले की है माइनस है, ओपोजिट ने। तो इस करके मैं की लिखूँगा इत्थे ए क्रॉस बी बराबर है ए बी साइन थीटा या सी कैप, या सी की थां मैं की लिखूँगा माइनस डी, यानी कि बन गया बी ए साइन थीटा माइनस का, यानी कि माइनस बी क्रॉस ए। तो उम्मीद करता ਤੁਹਾਨੂੰ ਇਹ ਗੱਲ समझ आ गई होगी। ਇਹਦਾ मतलब ਜਿਵੇਂ आई ਨੂੰ जे ਨਾਲ ਗੁਣਾ ਕਰੂੰਗਾ ਤਾਂ के ਆਊਗਾ ਆਨਸਰ, ਪਰ ਜੇ जे ਨੂੰ के ਨਾਲ ਕਰੂੰਗਾ ਸੌਰੀ आई जे ਨੂੰ आई ਨਾਲ ਕਰੂੰਗਾ ਤਾਂ ਮਾਈਨਸ के ਆਊਗਾ। ਹੁਣ ਧਿਆਨ ਨਾਲ ਦੇਖੋ, आई ਨੂੰ जे ਕੀਤਾ ਤਾਂ के, ਜੇ जे ਨੂੰ आई ਕੀਤਾ ਤਾਂ ਮਾਈਨਸ के, ਤਾਂ जे ਨੂੰ के ਕਰਾਂਗੇ आई ਆਊਗਾ, के ਨੂੰ जे ਕਰਾਂਗੇ ਤਾਂ ਮਾਈਨਸ आई ਆਊਗਾ, के ਨੂੰ आई ਨਾਲ ਕਰਾਂਗੇ ਤਾਂ जे ਆਊਗਾ, आई ਨੂੰ के ਨਾਲ ਕਰਾਂਗੇ ਤਾਂ ਮਾਈਨਸ जे ਆਊਗਾ। ਉਮੀਦ ਕਰਦਾ ਤੁਹਾਨੂੰ ਇੰਨੀ ਗੱਲ ਜਿਹੜੀ ਹੈਗੀ ਮੇਰੀ ਉਹ ਸਮਝ ਆ ਗਈ ਹੋਣੀ ਧਿਆਨ ਨਾਲ। ਠੀਕ ਹੈ ਜੀ। ਉਸ ਤੋਂ ਬਾਅਦ ਖੈਰ ਇਹ 'ਚ ਬਸ ਆਪਣਾ ਇਹ ਮੇਨ ਤਾਂ ਹੀ ਯਾਦ ਰੱਖਣਾ ਕਿ ਇਹ ਜਿਹੜੀ ਹੁੰਦੀ ਹੈ ਜੋ ਵੈਕਟਰ ਪ੍ਰੋਡਕਟ ਹੈ ਉਹ ਕਮੂਲੇਟਿਵ ਨਹੀਂ ਹੈਗਾ। ਫਿਰ ਹੈਗਾ ਡਿਸਟਰੀਬਿਊਟਿਵ। ਡਿਸਟਰੀਬਿਊਟਿਵ 'ਚ ਇਹ ਇਹ ਡਿਸਟਰੀਬਿਊਟਿਵ ਹੈਗਾ, ਜਿਵੇਂ ਡਾਟ ਪ੍ਰੋਡਕਟ ਸੀਗਾ ਉਹ ਸੀਗਾ ਏ ਡਾਟ ਬੀ, बी प्लस सी बराबर है ए डॉट बी प्लस ए डॉट सी। ये आ गया ए क्रॉस बी प्लस सी बराबर है ए क्रॉस बी गुणा ए क्रॉस सी। ये बिल्कुल उमी है जिमें वो हैगा सी। ये एसोसीएटिव डॉट प्रोडक्ट्स भी हैगा सीगा, एसोसीएटिव साडे कोल वैक्टर प्रोडक्ट भी हैगा साडे कोल दोने। तो एसोसीएटिव मतलब कि ए प्लस बी की क्रॉस करती बी प्लस सी प्लस डी नाल। ये बिल्कुल अपने उमी खोलिया जिवें आपां गुणा खोलते हुंदे आ, ए नूं पहलां सी नाल, फिर ए नूं डी नाल, फिर बी नूं सी नाल, बी नूं फिर डी नाल। ਹੁਣ ਇਹਦੇ ਐਗਜ਼ਾਮਪਲਾਂ ਕਿੱਥੇ ਨੇ, ਕਿੱਥੇ ਆਪਾਂ ਯੂਜ਼ ਕਰਾਂਗੇ ਇਹ ਅੱਗੇ, ਇਹ ਸਾਰੇ ਫਾਰਮੂਲੇ ਅੱਗੇ ਆਉਣਗੇ ਆਪਣੇ ਕੋਲ। ਟਾਰਕ ਠੀਕ ਹੈ ਬਰਾਬਰ ਹੁੰਦਾ ਆਰ ਕ੍ਰੋਸ ਐਫ, ਐਂਗੂਲਰ ਮੋਮੈਂਟਮ ਇਹ ਆਪਣੇ ਕੋਲ ਨੈਕਸਟ ਚੈਪਟਰ 'ਚ ਆਊਗਾ। ਆਰ ਕ੍ਰੋਸ ਪੀ ਹੈ, ਐਂਗੂਲਰ ਵੈਲੋਸਿਟੀ ਓਮੇਗਾ ਇਨਟੂ ਆਰ ਹੈ, ਇਹ ਆਪਾਂ ਨੈਕਸਟ ਚੈਪਟਰ 'ਚ ਸਮਝਾਂਗੇ। ਠੀਕ ਹੈ, ਸਮਝ ਲੱਗ ਗਈ ਮੇਰੀ ਗੱਲ। ਹੁਣ ਅੱਗੇ ਆਪਣੇ ਕੋਲ ਆਹ ਚੀਜ਼ ਹੈਗੀ ਆਪਣੇ ਕੋਲ ਕਾਰਟੀਜ਼ੀਅਨ, ਇਹਨੂੰ ਸਮਝੋ ਮਾੜਾ ਜਿਹਾ। ਕਾਰਟੀਜ਼ੀਅਨ ਇਹ ਚੀਜ਼ ਨੂੰ ਆਪਾਂ ਨੇ ਯਾਦ ਨਹੀਂ ਕਰਨਾ ਹੈਗਾ। ਇਹ ਚੀਜ਼ ਆਪਣੇ ਇੱਥੇ ਨਾ ਤੁਸੀਂ ਕਾਪੀ 'ਤੇ ਲਿਖਣੀ ਹੈ ਨਾ ਤੁਸੀਂ ਯਾਦ ਕਰਨੀ ਹੈ। ਠੀਕ ਹੈ, ਇਹ 'ਚ ਆਹ ਚੀਜ਼ ਯਾਦ ਰੱਖਣੀ ਹੈ ਕਿ ਜਦੋਂ ਆਪਾਂ ਕ੍ਰੋਸ ਪ੍ਰੋਡਕਟ ਕਰਾਂਗੇ, ਆਹ ਚੀਜ਼ ਯਾਦ ਰੱਖਣੀ ਹੈ ਕਿ ਜਦੋਂ ਆਪਾਂ ਕ੍ਰੋਸ ਪ੍ਰੋਡਕਟ ਕਰਾਂਗੇ ਤਾਂ ਲਿਖਣਾ ਕਿਵੇਂ ਹੈ। ਤਾਂ ਏ ਕ੍ਰੋਸ ਬੀ ਬਰਾਬਰ ਹੈ ਆਹ ਡੰਡੀਆਂ ਜਿਹਨੂੰ ਆਪਾਂ ਮੋਡੂਲਸ ਕਹਿੰਦੇ ਆ आई जे के। ਹੁਣ ਆਹ ਕੀ ਹੈ ए एक्स ए वाई ए Z। ਇਹ ਕੀ ਚੀਜ਼ ਹੈ, ਇਹ ए ਵੈਕਟਰ ਦੇ आई ਦੇ ਮੂਹਰੇ ਦਾ ਅੱਖਰ, जे ਦੇ ਮੂਹਰੇ ਦਾ ਅੱਖਰ ਅਤੇ के ਦੇ ਮੂਹਰੇ ਦਾ ਅੱਖਰ। ਅਤੇ ਆਹ ਕੀ ਹੈ बी एक्स बी वाई बी Z, ਇਹ ਵੈਕਟਰ B ਦੇ आई ਦੇ ਮੂਹਰੇ ਦਾ ਅੱਖਰ, ਬਾਈ जे ਦੇ ਮੂਹਰੇ ਦਾ ਅੱਖਰ ਅਤੇ के ਦੇ ਮੂਹਰੇ ਦਾ ਅੱਖਰ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਜਦੋਂ ਆਪਾਂ ਨੁਮੈਰੀਕਲ ਕਰਨੇ ਨੇ। ਮੇਰੀ ਗੱਲ ਸਮਝ ਲੱਗ ਗਈ। ਇਹਨੂੰ ਯਾਦ ਰੱਖਣਾ ਵੀ ਲਿਖਦੇ ਕਿਵੇਂ ਨੇ। ਉਹਦੇ ਵਿੱਚ ਤਾਂ ਆਪਾਂ ਐਂ ਲਿਖਦੇ ਸੀਗੇ A ਡੋਟ B, ਠੀਕ ਹੈ, ਅਤੇ A ਵੈਕਟਰ ਲਿਖ ਦਿੰਦੇ ਸੀ, ਡੋਟ B ਲਿਖ ਦਿੰਦੇ ਸੀਗੇ। ਤਾਂ I ਨੂੰ I ਨਾਲ ਗੁਣਾ ਕਰਦੇ ਸੀ, J ਨੂੰ J ਨਾਲ, ਕਿਤੇ K ਨੂੰ K ਨਾਲ। ਹੁਣ ਇਹਦੇ ਵਿੱਚ ਆਪਾਂ ਉਵੇਂ ਨਹੀਂ ਕਰ ਰਹੇ ਕਿਉਂਕਿ ਇਹਦੇ 'ਚ ਕੀ ਹੈ ਸੇਮ ਦੀ ਗੁਣਾ ਕਰਾਂਗੇ ਤਾਂ ਆਨਸਰ 0 ਆਉਂਦਾ। ਤਾਂ ਇਹਨੂੰ ਆਪਾਂ ਇਸ ਤਰ੍ਹਾਂ ਲਿਖਾਂਗੇ। ਹੁਣ ਅੱਗੇ ਦੇਖੋ ਜੀ, ਆਹ ਫਾਰਮੂਲੇ ਨੇ ਕੁਛ, ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ, ਇਹ ਥੋੜ੍ਹੇ ਫਾਰਮੂਲੇ ਨੇ। ਪਹਿਲਾਂ ਤਾਂ ਹੈਗਾ ਉਹ 'ਚ ਆਪਾਂ ਯੂਨਿਟ ਵੈਕਟਰ ਕੱਢਿਆ ਸੀ, ਯਾਦ ਕਰੋ ਆਪਾਂ ਨੇ ਯੂਨਿਟ ਵੈਕਟਰ ਕੱਢਿਆ ਸੀਗਾ ਡਾਟ ਪ੍ਰੋਡਕਟ 'ਚ। ਤਾਂ ਕਾਹਦੇ ਬਰਾਬਰ ਸੀਗਾ, ਉਹ ਸੀਗਾ A ਡੋਟ B ਬਟਾ A ਡੋਟ B ਦਾ ਮੈਗਨੀਚਿਊਡ, A ਡੋਟ B A ਡੋਟ B ਦਾ ਮੈਗਨੀਚਿਊਡ। ਇਹਦੇ ਵਿੱਚ ਵੀ ਉਵੇਂ ਹੀ ਹੈ A ਕ੍ਰੋਸ B ਬਟਾ A ਕ੍ਰੋਸ B ਦਾ ਮੈਗਨੀਚਿਊਡ, ਬਿਲਕੁਲ ਸੇਮ ਉਵੇਂ ਹੀ ਹੈ। ਠੀਕ ਹੈ, ਅਤੇ ਆਹ ਇੱਕ ਪੁਆਇੰਟ ਹੈ ਕ੍ਰੋਸ ਪ੍ਰੋਡਕਟ ਆਫ ਟੂ ਪੈਰਲਲ ਵੈਕਟਰ ਇਜ਼ 0। ਇਹ ਆਪਣੇ ਕੋਲ ਸਵਾਲ ਆਊਗਾ ਕਿ ਪ੍ਰੂਵ ਕਰੋ ਕਿ ਦੋਨੇ ਵੈਕਟਰ ਕੀ ਨੇ, ਪੈਰਲਲ ਨੇ। ਤਾਂ ਆਪਾਂ ਉਹਦਾ ਕ੍ਰੋਸ ਪ੍ਰੋਡਕਟ ਕਰਕੇ ਦਿਖਾਵਾਂਗੇ ਅਤੇ ਆਨਸਰ ਕੀ ਆਊਗਾ, 0 ਆਊਗਾ ਆਪਣੇ ਕੋਲ। ਆਪਾਂ 0 ਪ੍ਰੂਵ ਕਰ ਦਾਂਗੇ ਤਾਂ ਪਤਾ ਲੱਗ ਜੂਗਾ ਕਿ ਇਹ ਕੀ ਹੈ ਸਾਡੇ ਕੋਲ, ਮਤਲਬ ਕਿ ਇਹ ਪੈਰਲਲ ਨੇ। ਫਿਰ ਕ੍ਰੋਸ ਪ੍ਰੋਡਕਟ ਆਫ ਟੂ ਵੈਕਟਰ A ਐਂਡ B ਡਜ਼ ਨੋਟ ਚੇਂਜ ਸਾਈਨ ਅੰਡਰ ਰਿਫਲੈਕਸ਼ਨ। ਦਿਸ ਇਜ਼ ਬਿਕੋਜ਼ ਔਨ ਰਿਫਲੈਕਸ਼ਨ A ਚੇਂਜਿਸ ਟੂ ਮਾਈਨਸ A ਐਂਡ B ਚੇਂਜਿਸ ਟੂ ਮਾਈਨਸ B। ਕੀ ਕਹਿ ਰਿਹਾ ਮਤਲਬ, ਰਿਫਲੈਕਸ਼ਨ ਦਾ ਮਤਲਬ ਕੀ ਹੁੰਦਾ, ਸ਼ੀਸ਼ੇ 'ਚ ਦੇਖੀਏ ਜੇ ਆਪਾਂ। ਹੁਣ ਜੇ ਮੈਂ ਸ਼ੀਸ਼ੇ 'ਚ ਦੇਖਾਂ ਤਾਂ ਖੱਬਾ ਪਾਸਾ ਸੱਜੇ ਪਾਸੇ ਨਜ਼ਰ ਆਉਂਦਾ, ਸੱਜਾ ਪਾਸਾ ਖੱਬੇ ਪਾਸੇ ਨਜ਼ਰ ਆਉਂਦਾ। ਤਾਂ ਇਹਦਾ ਮਤਲਬ ਜੇ ਮੈਂ A ਵੈਕਟਰ ਨੂੰ ਦੇਖੂੰਗਾ ਤਾਂ ਉਹਦੀ ਡਾਇਰੈਕਸ਼ਨ ਉਲਟੀ ਦਿਖੂਗੀ, ਜੇ B ਨੂੰ ਦੇਖੂੰਗਾ ਤਾਂ ਉਹਦੀ ਡਾਇਰੈਕਸ਼ਨ ਉਲਟੀ ਦਿਖੂਗੀ। ਤਾਂ A ਰਿਫਲੈਕਸ਼ਨ 'ਚ ਮਾਈਨਸ A 'ਚ ਬਦਲ ਜੂਗਾ, B ਮਾਈਨਸ B 'ਚ ਬਦਲ ਜੂਗਾ। ਤਾਂ ਮਾਈਨਸ ਮਾਈਨਸ ਗੁਣਾ ਕੀ ਹੋ ਜਾਂਦੀ ਹੈ, ਪਲੱਸ ਹੋ ਜਾਂਦਾ। ਤਾਂ ਇਹਦਾ ਮਤਲਬ ਚਾਹੇ ਤਾਂ ਰਿਫਲੈਕਸ਼ਨ ਵਾਲੇ ਵੈਕਟਰਾਂ ਦਾ ਕ੍ਰੋਸ ਪ੍ਰੋਡਕਟ ਕਰ ਲਓ, ਚਾਹੇ ਸਿੱਧੇ ਨਾਲ ਕਰ ਲਓ, ਤਾਂ ਉਹ 'ਚ ਸਾਈਨ ਦਾ ਕੋਈ ਫਰਕ ਨਹੀਂ ਪੈਂਦਾ, ਉਹ A ਕ੍ਰੋਸ B ਦੇ ਬਰਾਬਰ ਹੀ ਆਇਆ। ਠੀਕ ਹੈ, ਸਮਝ ਲੱਗ ਗਿਆ। ਇਹ ਕੁਛ ਫਾਰਮੂਲੇ ਨੇ ਆਪਾਂ ਯਾਦ ਰੱਖਣੇ ਨੇ। ਫਿਰ ਆਹ ਸਾਡੇ ਕੋਲ ਕੀ ਹੈ, ਵੋਲੀਅਮ ਆਫ ਦਾ ਪੈਰਲੋਪੈਪਟਾਈਡ। ਪੈਰਲੋਪੈਪਟਾਈਡ ਕੀ ਹੁੰਦਾ ਭਲਾ ਆਪਣੇ ਕੋਲ, ਇਹ ਸ਼ੇਪ ਹੈ ਜਿਹਦੀਆਂ ਆਪਣੇ ਕੋਲ 3 ਸਾਈਡਾਂ ਹੋਣ। ਪੈਰਲੋਗ੍ਰਾਮ 'ਚ 2 ਸਾਈਡਾਂ ਹੁੰਦੀਆਂ ਨੇ, ਪੈਰਲੋਪੈਪਟਾਈਡ 3 ਡਾਇਮੈਂਸ਼ਨਲ ਫਿਗਰ ਆ, ਉਹ 'ਚ 3 ਹੋਣਗੀਆਂ A B C।
तो जे आप वॉल्यूम कढ़ना है तो वह फार्मूला सीगा, देखो वॉल्यूम बराबर है ए क्रॉस बी डॉट सी ਜਾਂ ए डॉट बी क्रॉस सी ਜਾਂ सी डॉट ए क्रॉस बी। ਇਹਨੂੰ ਆਪਾਂ ਯਾਦ ਰੱਖਣਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਇਹ ਤੁਹਾਨੂੰ ਆਪਾਂ ਵੈਸੇ ਕਰਨਾ ਨਹੀਂ ਹੈਗਾ, ਕਰਨਾ ਸਿਖਾ ਵੀ ਦੇਵਾਂਗੇ ਚਲੋ, ਪਰ ਇਹ ਪਹਿਲਾਂ ਇਹ ਆਪਾਂ ਨੂੰ ਲੋੜ ਨਹੀਂ ਪੈਣੀ, ਇਸ ਨੂੰ ਲੋੜ ਪਊਗੀ +2 ਦੇ ਮੈਥ ਦੇ ਵਿੱਚ ਮੇਨਲੀ। ਠੀਕ ਹੈ, ਤੇ ਆਹ ਫਾਰਮੂਲਾ ਯਾਦ ਰੱਖਣਾ ਆਪਾਂ ਨੇ, ਆਹ ਫਾਰਮੂਲਾ ਯਾਦ ਰੱਖਣਾ ਹੈ ਕਿ ਜੇਕਰ 3 ਵੈਕਟਰ ਕੋਪਲੇਨਰ ਹੋਣ, ਕੋਪਲੇਨਰ ਮਤਲਬ ਇੱਕੋ ਪਲੇਨ 'ਚ, ਜਿਵੇਂ 1 2 3, ਇਹ ਕੋ ਇਨੀਸ਼ੀਅਲ ਵੀ ਨੇ ਜਾਂ ਆਪਾਂ ਐ ਬਣਾ ਦਈਏ, मतलब कागज़ के उपर इक्को प्लेन ते बने ने, इक्को प्लेन च ने, तो उन्हें वास्ते ये सिद्ध करना होवे कि को प्लेनर ने, तो आह फार्मूले नाल सिद्ध करांगे। ए डॉट बी क्रॉस सी बराबर जेकर 0 आंसर आ गया तो यह को प्लेनर ने। ठीक है, ये फार्मूला याद रखना है कि को प्लेनर सिद्ध करने का फार्मूला ए डॉट बी क्रॉस सी है अपने को। फिर अपने को की है कि जेकर इफ एनी ऑफ द गिवन वैक्टर ए बी सी आर पैरलर, जे 3 वैक्टर पैरलर होण तां आह फार्मूले नाल ए क्रॉस बी डॉट सी जिहड़ा हैगा ਇਹਦੇ ਨਾਲ ਆਪਾਂ सिद्ध करांगे कि की ने ये पैरलर ने, ये 0 आंसर आना चाहिए। ਇਹਦਾ मतलब अपने को की है कोपलेनर वास्ते भी यही फार्मूला है ना, कोपलेनर वास्ते ब्रैकेट के बाहर डॉट प्रोडक्ट है, ये बी नाल डॉट प्रोडक्ट है सी का। एक एंगल ए प्लस बी तो ए क्रॉस बी के 90 डिग्री का होंगे, ये याद रखियो। फिर आपको इन्हों की फार्मूला की लोड़ नहीं पैनी। ये मेन फार्मूले किहड़े ने, एक तो आह, एक आह, एक मिनट, एक आ फार्मूला मेन है, एक आ वाला फार्मूला मेन है, एक आ वाला मेन है, एक आ कोपलेनर वाला मेन है। ये जोड़े है साढ़े को ਜਾਂ ਆ ਇੱਕ 3 ਵੈਕਟਰ ਵਾਲਾ, ਇਹ ਫਾਰਮੂਲੇ ਆਪਾਂ ਯਾਦ ਰੱਖਣੇ ਨੇ। ਹੁਣ ਦੇਖੋ ਆਪਾਂ ਕਰਦੇ ਕਿਵੇਂ ਆ, ਡਾਟ ਜਿਹੜਾ ਕ੍ਰਾਸ ਪ੍ਰੋਡਕਟ ਕੀਤਾ ਕਿਵੇਂ ਜਾਂਦਾ ਹੈ ਉਹਨੂੰ ਧਿਆਨ ਨਾਲ ਸਮਝੋ ਮਾੜਾ ਜਿਹਾ। ਇੱਕ ਨੂਮੈਰੀਕਲ ਦੇ ਨਾਲ ਆਪਾਂ ਸਮਝਦੇ ਹਾਂ ਕਿ ਇਹ ਕਰਦੇ ਕਿਵੇਂ ਆਪਾਂ। ਦੇਖੋ 2 ਵੈਕਟਰ ਨੇ, ਫਾਈਂਡ ਦਾ ਮੈਗਨੀਟਿਊਡ ਆਫ ਟਾਰਕ ਆਫ ਏ ਫੋਰਸ ਇੰਨੀ ਦਿੱਤੀ ਹੈ, ਨਿਊਟਨ ਐਕਟਿੰਗ ਐਟ ਏ ਪੁਆਇੰਟ ਆਰ ਇੰਨਾ ਦਿੱਤਾ ਹੋਇਆ। ਕੀ ਮਤਲਬ ਹੈ ਕਿ ਟਾਰਕ ਪਤਾ ਕਰੋ। ਠੀਕ ਹੈ, ਜੇ ਫੋਰਸ ਇੰਨੀ ਹੈ तो वो फोर्स कि पर लग रही है, एक पॉइंट से लग रही है, उस पॉइंट के दा डिस्टेंस या डिसप्लेसमेंट एन है। हुण मैनू किवें पता भी टॉर्क का फार्मूला ये हुंदा, तो हुण ध्यान नाल देखो, ये हुणे आपां ने की कीता सी, आ कीते सीगे, देखो अपने फार्मूला कीता सी। ये फार्मूला हाले अपने पढ़िया नहीं हैगा, ये अगे यूनिटां च आऊगा। तो टॉर्क का फार्मूला ये है, ठीक है, आर क्रॉस एफ। तो हुणे आपां नूं टॉर्क पता करन नूं कहता, तो आपां इत्थे फार्मूला लावांगे आर क्रॉस एफ का। हुण लावांगे किवें, करना किवें आपां ने, जिहड़ा साडा मेन मकसद सानूं करना ना चाहिए। देखो की लिखिया अपने, टॉर्क बराबर है आर क्रॉस एफ। आर किन्ना है उहदा मुल लिखता, विचाले क्रॉस पाता, फिर एफ लिखता। हुण लिखना किवें है, लिखना तुहानूं उपर सिखाया, देखो किवें लिखना सिखाया। आई जे के, पहला आर वाले, आर दे मूहरे वाला अखर, आई दे मूहरे 7 है, जे दे मूहरे 3 है, के दे मूहरे 1 है, फिर निचला एफ वाले -3 1 ते 5। हुण इहनूं करना किवें, बहुत इंपॉर्टेंट है, इहनूं ध्यान नाल समझो। थोड़ा कुछ भी ये मतलब कि रट्टा नहीं हैगा, बहुत सौखा है किवें करना। देखो हुण पहलां लिखिया आई, देखो आई लिख लिया, उस तो बाद करना की है, आई वाली लाइन छड्ड दो, आ लाइन छड्ड दो ते आ छड्ड दो, इहनूं लुको लो। हुण इहनूं गुणा करो, पहलां नीचे नूं 3 गुणा 5, फिर उपर नूं 1 गुणा 1। जो नीचे नूं गुणा करांगे तां प्लस का निशान है मूहरे, जो उपर नूं पहलां नीचे नूं करनी है, फिर उपर नूं करनी है, जो उपर नूं करांगे तो विचाले माइनस का निशान आऊगा। देखो इस गल नूं नोट करो दोबारा। फिर आई जे के लिख लिया, आर दे मूहरे वाले पॉइंट लिख ले, आई जे के दे एफ दे लिख ले, आई लिख लिया। उस तो बाद जो आप आई लिखण तो बाद आप इत्थे गुणा करनी, इहनूं हल किवें करना है, आई लको लिया, आ लको लिया, 3 नूं 5 नाल, 1 नूं 1 नाल, पहलां नीचे नूं फिर उपर नूं, पर जो उपर नूं करांगे तो अगे की आऊगी, माइनस आऊगी। फिर लिख लिया प्लस जे। हुण इत्थे 2 तरीके ने, मेरी गल नूं प्लीज़ समझो। इन्हें इत्थे प्लस पाया, इस जगह के उपर इन्हें की पाया, प्लस पाया। मैं इत्थे की पाउणा हुंदा, माइनस पाउणा हुंदा। ये याद रखो, तुसीं इत्थे माइनस ही पाउणा है, नहीं तुसीं उलझोगे। इत्थे माइनस ही पाउणा है, नहीं उलझोगे। इन्हें कीता की है, प्लस क्यों पाया। हुण मैं तुहानूं की सिखाया सी, हुण आपां जे लिखे ना, तो जे वाली लाइन लिखो दो, आ वाली लाइन लिखो दो, जे वाली लाइन लिखो दो, आ वाली लिखो दो। हुण गुणा करो, पहलां नीचे नूं 7 नूं 5 नाल, फिर उपर नूं 3 नूं -3 नूं 1 नाल, 7 नूं 5 नाल करांगे तो आंसर आऊगा 35। फिर उपर नूं करांगे तो 3 गुणा 1 -3, तो विचाले की लिखनी है अपने, माइनस लिखनी है। हुण इन्हें उल्ट करता, 35 पिछे करता तो आ मूहरे करता,
ਪਰ ਆਪਾਂ ਮੈਂ ਤੁਹਾਨੂੰ ਕੀ ਕਿਹਾ ਵੀ ਇੱਥੇ ਮਾਈਨਸ ਪਾਉਣੀ ਆ ਆਪਾਂ ਨੇ ਇਸ ਜਗ੍ਹਾ ਦੇ ਉੱਪਰ, ਇਸ ਜਗ੍ਹਾ 'ਤੇ ਮਾਈਨਸ ਪਾਉਣੀ ਹੈ, ਤਾਂ ਇਹ ਅੱਗੇ ਆ ਜਾਊਗਾ ਅਤੇ ਇਹ ਪਿੱਛੇ ਆ ਜਾਊਗਾ। ਠੀਕ ਹੈ, ਤਾਂ ਤੁਸੀਂ ਮੇਰਾ ਫਾਰਮੂਲਾ ਯਾਦ ਰੱਖਿਓ ਕਿ ਬਸ ਪਹਿਲਾਂ ਜਦੋਂ ਆਈ ਲਿਖਿਆ ਤਾਂ ਉਹਦੇ ਮੂਹਰੇ ਪਲੱਸ ਹੈ, ਜਦੋਂ ਜੇ ਲਿਖਾਂਗੇ ਉਹਦੇ ਮੂਹਰੇ ਮਾਈਨਸ ਪਾਵਾਂਗੇ, ਜਦੋਂ ਕੇ ਲਿਖਾਂਗੇ ਫਿਰ ਪਲੱਸ, ਪਲੱਸ ਮਾਈਨਸ ਪਲੱਸ। ਠੀਕ ਹੈ, ਪਲੱਸ ਮਾਈਨਸ ਪਲੱਸ, ਆਈ ਦੇ ਮੂਹਰੇ ਪਲੱਸ, ਜੇ ਦੇ ਮੂਹਰੇ ਮਾਈਨਸ, ਕੇ ਦੇ ਮੂਹਰੇ ਪਲੱਸ ਲਿਖਾਂਗੇ ਆਪਾਂ। ਠੀਕ ਹੈ, ਅਤੇ ਆਹ ਹਮੇਸ਼ਾ ਇੱਕੋ ਹੀ ਤਰੀਕਾ ਚੱਲੂਗਾ। ਹੁਣ ਆਈ ਲਿਖਿਆ ਸੀ ਤਾਂ ਆਈ ਵਾਲੀ ਲਾਈਨ ਲਕੋ ਲਈ, ਇਹ ਆ ਲਕੋ ਲਈ, ਆਈ ਦੇ ਨੀਚੇ ਵਾਲੀ ਲਾਈਨ ਲਕੋ ਲਈ, ਮਤਲਬ ਜਿੱਥੇ ਆਈ ਦਿਖ ਰਿਹਾ ਆਈ ਦੀ ਕ੍ਰੋਸਿੰਗ ਹੋ ਰਹੀ ਹੈ ਉਹ ਲਕੋ ਲਈ। ਪਹਿਲਾਂ 3 ਨੂੰ 5 ਨਾਲ, ਫਿਰ 1 ਨੂੰ 1 ਨਾਲ, ਪਰ ਜਦੋਂ 1 ਨੂੰ 1 ਨਾਲ ਕੀਤਾ ਤਾਂ ਮੂਹਰੇ ਮਾਈਨਸ ਲਾਈ ਹੈ। ਫਿਰ ਆਪਾਂ ਜਦੋਂ ਜੇ ਵਾਲਾ ਕਰਾਂਗੇ ਤਾਂ ਜੇ ਦੀ ਕ੍ਰੋਸਿੰਗ ਲਕੋ ਦਿਓ, ਤਾਂ ਪਹਿਲਾਂ 7 ਨੂੰ 5 ਨਾਲ, ਫਿਰ 3 ਨੂੰ 1 ਨਾਲ, -3 ਨੂੰ 1 ਨਾਲ। ਹੁਣ ਜੇ ਦੇ ਮੂਹਰੇ ਕੀ ਪਾਵਾਂਗੇ, ਮਾਈਨਸ ਪਾਵਾਂਗੇ। ਠੀਕ ਹੈ, ਜਦੋਂ ਆਪਾਂ ਕੇ ਦਾ ਕਰਾਂਗੇ ਤਾਂ ਫਿਰ ਕੀ ਕਰਾਂਗੇ, ਕੇ ਵਾਲਾ ਕ੍ਰੋਸ ਲਗੋ ਦਿਓ। ਆਹ ਵਾਲੀ ਹੁਣ 7 ਨੂੰ 1 ਨਾਲ, ਪਹਿਲਾਂ ਨੀਚੇ ਨੂੰ, ਫਿਰ 3 ਨੂੰ 3 ਨਾਲ, -3 ਨੂੰ 3 ਨਾਲ, 9 ਨਾਲ, 7 ਨੂੰ 1 ਨਾਲ, 3 ਨੂੰ ਮਾਈਨਸ, ਵਿਚਾਲੇ ਕੀ ਆਊਗੀ ਮਾਈਨਸ। ਜਦੋਂ ਉੱਪਰ ਨੂੰ ਕਰਨੀ ਤਾਂ ਵਿਚਾਲੇ ਮਾਈਨਸ ਪਾਉਣੀ ਹੈ ਆਪਾਂ ਨੇ, ਬਸ ਇਹ ਗੱਲ ਦਾ ਧਿਆਨ ਰੱਖਣਾ। ਜਦੋਂ ਉੱਪਰ ਨੂੰ ਕਰਨਾ ਤਾਂ ਵਿਚਾਲੇ ਮਾਈਨਸ ਪਾਉਣੀ ਹੈ। ਹੁਣ ਬਸ ਕੁਛ ਨਹੀਂ ਹੈਗਾ, ਹੁਣ ਸੋਲਵ ਕਰ ਲਓ। 3 ਗੁਣਾ 5 15, -1 14, 3 ਗੁਣਾ -1 3, 7 ਗੁਣਾ 5 35, ਠੀਕ ਹੈ 38 ਹੋ ਗਿਆ। 7 ਗੁਣਾ 1 7, 3 ਗੁਣਾ 3 9, ਮਾਈਨਸ ਮਾਈਨਸ ਪਲੱਸ ਹੋ ਗਿਆ 16। ਤਾਂ ਕੀ ਆਂਸਰ ਆ ਗਿਆ, 14 ਆਈ -38 ਜੇ ਅਤੇ 16 ਕੇ। ਹੁਣ ਟੌਰਕ ਕਾਹਦੇ ਬਰਾਬਰ ਹੈ, ਇਹਨਾਂ ਦੇ ਮੈਗਨੀਚਿਊਡ ਦੇ। ਮੈਗਨੀਚਿਊਡ ਕਿਵੇਂ ਕੱਢਦੇ ਹੁੰਦੇ ਆ, ਆਈ ਦੇ ਮੂਹਰੇ ਦਾ ਸਕੇਅਰ 14 ਦਾ ਸਕੇਅਰ, ਜੇ ਦੇ ਮੂਹਰੇ -38 ਦਾ ਸਕੇਅਰ, ਪਲੱਸ 16 ਦਾ ਸਕੇਅਰ ਦਾ ਕੀ ਲਵਾਂਗੇ, ਅੰਡਰੂਟ। ਤਾਂ ਅੰਡਰੂਟ ਲੈ ਕੇ ਆਂਸਰ ਆ ਗਿਆ ਆਪਣੇ ਕੋਲ 43.54। ਠੀਕ ਹੈ, ਉਮੀਦ ਕਰਦਾ ਤੁਹਾਨੂੰ ਇਹ ਗੱਲ ਸਾਰੀ ਜਿਹੜੀ ਹੈਗੀ ਹੈ ਉਹ ਸਮਝ ਆ ਗਈ। ਹਾਂਜੀ, ਅਗਲਾ ਨੂਮੈਰੀਕਲ ਦੇਖੋ। ਇਹ 'ਚ ਕੀ ਹੈ, ਫਾਈਂਡ ਦਾ ਸਕੇਲਰ ਐਂਡ ਵੈਕਟਰ ਪ੍ਰੋਡਕਟ। ਸਕੇਲਰ ਵੀ ਪਤਾ ਕਰਨਾ ਹੈ, ਵੈਕਟਰ ਵੀ ਕਰਨਾ ਹੈ। ਤਾਂ ਸਕੇਲਰ ਤਾਂ ਆਪਾਂ ਬੜਾ ਸੌਖਾ ਹੈ, ਸਕੇਲਰ ਕਰਨਾ ਸੌਖਾ ਹੈ, ਵੈਕਟਰ ਕਰਨਾ ਥੋੜ੍ਹਾ ਜਿਹਾ ਔਖਾ ਹੈ। ਸਕੇਲਰ ਤਾਂ ਏ ਡੋਟ ਬੀ ਲਿਖਤਾ, ਏ ਦਾ ਮੁੱਲ ਡੋਟ ਬੀ ਦਾ ਮੁੱਲ, ਆਈ ਨੂੰ ਆਈ ਨਾਲ 2 ਗੁਣਾ 3 -6, -4 ਗੁਣਾ 1 -4, 5 ਗੁਣਾ -3 -15, ਆ ਨਿਕਲ ਗਿਆ, ਬਸ ਬਣ ਗਿਆ ਸਕੇਲਰ। ਠੀਕ ਹੈ, ਅਤੇ ਜਦੋਂ ਆਪਾਂ ਹੁਣ ਕਰਨਾ ਹੈ ਵੈਕਟਰ, ਤਾਂ ਵੈਕਟਰ 'ਚ ਥੋੜ੍ਹਾ ਜਿਹਾ ਕੈਲਕੂਲੇਸ਼ਨ ਕਰਦੇ ਹੋਏ ਧਿਆਨ ਰੱਖਣਾ ਪੈਂਦਾ, ਕਿਉਂਕਿ ਗਲਤੀ ਕਰ ਦਿੰਦੇ ਨੇ ਬੱਚੇ। ਤਾਂ ਏ ਕ੍ਰੋਸ ਬੀ, ਏ ਗੁਣਾ ਜਾਂ ਕ੍ਰੋਸ ਬੀ, ਆਈ ਜੇ ਕੇ ਲਿਖ ਲਿਆ, ਫਿਰ ਏ ਦੇ ਸਾਰੇ ਉਹ ਲਿਖ ਲਏ ਮੂਹਰੇ, ਫਿਰ ਬੀ ਦੇ ਲਿਖ ਲਏ, ਫਿਰ ਆਈ ਲਿਖਿਆ, ਆਈ ਲਿਖ ਕੇ ਆਈ ਲਕੋ ਲਿਆ, -4 -3 12 -5। ਠੀਕ ਹੈ, ਉਸ ਤੋਂ ਬਾਅਦ ਫਿਰ ਇਹਨੇ ਜੇ 'ਚ ਕੀ ਪਾਇਆ, ਪਲੱਸ। ਮੈਂ ਤੁਹਾਨੂੰ ਕੀ ਦੱਸਿਆ, ਜੇ ਦੇ ਮੂਹਰੇ ਕੀ ਪਾਉਣੀ ਹੈ, ਮਾਈਨਸ। ਅਤੇ ਜੇ ਜਦੋਂ ਜੇ ਕਰਨਾ ਤਾਂ ਜੇ ਲਕੋ ਲਓ। ਤਾਂ -3 ਗੁਣਾ 3 9 -9, -2 ਗੁਣਾ 5 -10, ਵਿਚਾਲੇ ਕੀ ਆਊਗੀ, ਮਾਈਨਸ ਆਊਗੀ। ਆਊਗਾ ਆਨਸਰ ਓਨਾ ਹੀ ਜਿੰਨਾ ਜਿਵੇਂ ਮੈਂ ਕਰ ਰਿਹਾ, ਚਾਹੇ ਉਵੇਂ ਵੀ ਆਨਸਰ ਆਊਗਾ। ਇਸ ਪਾਸੇ ਨੇ ਕੀ ਕਰਤਾ, ਇੱਥੇ ਤੁਹਾਨੂੰ ਯਾਦ ਰੱਖਣਾ ਪਿਆ ਕਰੂਗਾ, ਇਹ ਇੱਥੇ ਉਲਟ ਕਰ ਰਿਹਾ। ਮੈਂ ਤੁਹਾਨੂੰ ਕਹਿ ਰਿਹਾ ਵੀ ਹਮੇਸ਼ਾ ਪਹਿਲਾਂ ਨੀਚੇ ਨੂੰ ਗੁਣਾ ਕਰੋ, ਫਿਰ ਉੱਪਰ ਨੂੰ ਕਰੋ। ਇਹ ਦੂਜੇ ਜੇ ਵਾਲੇ ਕੇਸ 'ਚ ਇਹਨੇ ਪਲੱਸ ਪਾ ਕੇ ਕੀ ਕਰਤਾ, ਇਹ ਪਹਿਲਾਂ ਕਹਿੰਦਾ ਉੱਪਰ ਨੂੰ ਕਰੋ, ਫਿਰ ਨੀਚੇ ਨੂੰ ਕਰੋ। ਪਰ ਇਹਦੇ ਨਾਲ ਤੁਸੀਂ ਉਲਝ ਜਿਹਾ ਕਰੋਗੇ, ਕਦੇ ਉੱਪਰ ਨੂੰ ਕਰਦਿਆ ਕਰੋਗੇ, ਕਦੇ ਨੀਚੇ ਨੂੰ ਕਰਦਿਆ ਕਰੋਗੇ। ਤਾਂ ਆਪਾਂ ਯਾਦ ਰੱਖਣਾ ਕਿ ਪਹਿਲਾਂ ਨੀਚੇ ਨੂੰ ਗੁਣਾ ਕਰਨੀ ਹੈ, ਫਿਰ ਉੱਪਰ ਨੂੰ ਕਰਨੀ ਹੈ। ਅਤੇ ਜਦੋਂ ਉੱਪਰ ਨੂੰ ਕਰਨੀ ਹੈ ਤਾਂ ਮੂਹਰੇ ਮਾਈਨਸ ਪਊਗਾ, ਅਤੇ ਜੇ ਦੇ ਮੂਹਰੇ ਆਈ ਦੇ ਮੂਹਰੇ ਪਲੱਸ, ਜੇ ਦੇ ਮੂਹਰੇ ਮਾਈਨਸ, ਕੇ ਦੇ ਮੂਹਰੇ ਪਲੱਸ। ਇਹ ਫਾਰਮੂਲਾ ਯਾਦ ਰੱਖੋਗੇ, ਕਦੇ ਗਲਤੀ ਨਹੀਂ ਹੁੰਦੀ ਹੈਗੀ। ਬਸ ਕਰ ਦਿਓ ਅਤੇ ਆਨਸਰ ਆ ਗਿਆ ਆਪਣੇ ਕੋਲ। ਫਿਰ ਕਹਿੰਦਾ ਏ ਅਤੇ ਬੀ ਦੇਤਾ, ਤਾਂ ਵੈਲਿਊ ਪਤਾ ਕਰੋ। ਹੁਣ ਕ੍ਰੋਸ ਪ੍ਰੋਡਕਟ ਆ, ਤੁਸੀਂ ਆਪ ਹੀ ਕਰ ਲਓਗੇ। ਫਿਰ ਵੈਕਟਰ ਦੇਤਾ ਏ ਅਤੇ ਬੀ, ਸ਼ੋਅ ਕਰੋ ਪੈਰਲਲ। ਹੁਣ ਮੈਂ ਕੀ ਸਿਖਾਇਆ ਸੀ ਭਲਾ, ਕਿ ਜੇ ਤਾਂ ਸ਼ੋਅ ਕਰਨਾ ਕਿ ਪਰਪੈਂਡੀਕੂਲਰ ਵੈਕਟਰ ਨੇ, ਤਾਂ ਆਪਾਂ ਨੇ ਡਾਟ ਪ੍ਰੋਡਕਟ ਕਰਨਾ ਹੈ। ਅਤੇ ਆਨਸਰ ਕੀ ਆ ਜਾਊਗਾ ਉਹਦਾ, ਏ ਡੋਟ ਬੀ ਬਰਾਬਰ 0 ਆ ਗਿਆ, ਤਾਂ ਆਪਾਂ ਕਹਾਂਗੇ ਜੀ ਪਰਪੈਂਡੀਕੂਲਰ ਨੇ। ਅਤੇ ਜੇ ਕਹਿੰਦਾ ਪੈਰਲਲ ਹੈ, ਤਾਂ ਏ ਕ੍ਰੋਸ ਬੀ ਦਾ ਆਨਸਰ ਕੀ ਹੋਣਾ ਚਾਹੀਦਾ, 0। ਤਾਂ ਇਹਦਾ ਮਤਲਬ ਆਪਾਂ ਡਾਟ ਪ੍ਰੋਡਕਟ ਕਰ ਦਈਏ, ਕ੍ਰੋਸ ਪ੍ਰੋਡਕਟ ਕਰ ਦਈਏ, ਤਾਂ ਆਪਾਂ ਕੀ ਪ੍ਰੂਵ ਕਰ ਦਾਂਗੇ, ਤਾਂ ਕ੍ਰੋਸ ਪ੍ਰੋਡਕਟ ਕਰਤਾ ਤਾਂ ਆਨਸਰ ਆ ਗਿਆ 0। ਦੈਟ ਮੀਨਸ ਕੀ ਨੇ, ਇਹ ਪੈਰਲਲ ਨੇ। ਹਾਂਜੀ, ਅੱਗੇ ਦੇਖੋ ਜੀ ਆਪਣੇ ਕੋਲੇ, ਡਿਟਰਮਿਨ ਦਾ ਯੂਨਿਟ ਵੈਕਟਰ ਵਿਚ ਇਜ਼ ਪਰਪੈਂਡੀਕੂਲਰ ਟੂ ਬੋਥ ਏ ਐਂਡ ਬੀ। ਹੁਣ ਕਹਿੰਦਾ ਕਿ ਯੂਨਿਟ ਵੈਕਟਰ ਪਤਾ ਕਰੋ ਜਿਹੜਾ ਏ ਅਤੇ ਬੀ ਦੇ ਕੀ ਹੈ, ਪਰਪੈਂਡੀਕੂਲਰ ਹੈ। ਹੁਣ ਯਾਦ ਕਰੋ, ਮੈਂ ਤੁਹਾਨੂੰ ਇੱਥੇ ਇੱਕ ਫਾਰਮੂਲਾ ਕਰਾਇਆ ਸੀ, ਆਹ ਦੇਖੋ, ਆਹ ਵਾਲਾ ਯੂਨਿਟ ਵੈਕਟਰ ਫਾਈਂਡ ਕਰਨ ਵਾਲਾ।
ਤਾਂ ਕਿ ਕਿਵੇਂ ਜਿਹੜਾ ਏ ਅਤੇ ਬੀ ਦੇ ਦੋਨਾਂ ਦੇ ਪਰਪੈਂਡੀਕੂਲਰ, ਕਿਉਂਕਿ ਏ ਅਤੇ ਯੂਨਿਟ ਵੈਕਟਰ ਡਾਇਰੈਕਸ਼ਨ ਕਿੱਧਰ ਨੂੰ ਹੈ, ਜੇ ਏ ਹੈ ਬੀ ਹੈ ਤਾਂ ਇਹ ਪਰਪੈਂਡੀਕੂਲਰ ਹੈ ਦੋਹਾਂ ਦੇ। ਤਾਂ ਆਹ ਫਾਰਮੂਲੇ ਨਾਲ ਆਪਾਂ ਕੱਢਾਂਗੇ ਹੁਣ, ਠੀਕ ਹੈ। ਹਾਂਜੀ ਦੇਖੋ, ਤਾਂ ਯੂਨਿਟ ਵੈਕਟਰ ਕੱਢਣਾ ਸੀ, ਪਹਿਲਾਂ ਕ੍ਰਾਸ ਪ੍ਰੋਡਕਟ ਕਰ ਲਿਆ, ਕ੍ਰਾਸ ਪ੍ਰੋਡਕਟ ਕਰਨਾ ਸਿੱਖ ਲਿਆ ਤੁਸੀਂ। ਹੁਣ ਯੂਨਿਟ ਵੈਕਟਰ ਕਿਵੇਂ ਕੱਢਦੇ, ਹੁਣ ਆਪਾਂ ਵੈਕਟਰ ਯੂਨਿਟ ਵੈਕਟਰ ਕਿਵੇਂ ਕੱਢਦੇ ਹਾਂ, ਵੈਕਟਰ ਜੋ ਵੀ ਹੈਗਾ ਬਟਾ ਉਹਦਾ ਕੀ ਮੈਗਨੀਚਿਊਡ। ਤਾਂ ਵੈਕਟਰ ਕੱਢ ਲਿਆ, ਇਹਦਾ ਮੈਗਨੀਚਿਊਡ ਕੀ ਆ ਗਿਆ 3 ਦਾ ਸਕੇਅਰ 9, 3 ਦਾ ਸਕੇਅਰ 9, 3 ਦਾ ਸਕੇਅਰ 9 √27 ਤੱਕ। ਆ ਦੇਖੋ ਕੀ ਕੀਤਾ, ਵੈਕਟਰ ਤੇ ਉਹਦੇ ਮੈਗਨੀਚਿਊਡ ਨਾਲ ਭਾਗ ਕਰਤਾ, ਆਨਸਰ ਆ ਗਿਆ ਆਪਣੇ ਕੋਲ। ਹੁਣ ਇਹ ਆਨਸਰ ਕਿਵੇਂ ਆਇਆ, ਮਾੜਾ ਜਿਹਾ ਧਿਆਨ ਨਾਲ ਦੇਖੋ ਤੁਸੀਂ, ਇਹ ਆਨਸਰ ਕਿਵੇਂ ਆਇਆ ਆਪਣੇ ਕੋਲ। ਇੱਥੇ ਕੀ ਕੀਤਾ, ਉੱਪਰੋਂ 3 ਸਾਂਝਾ ਕੱਢ ਲਿਆ ਸਾਰੇ 'ਚੋਂ, ਤਾਂ ਕੀ ਰਹਿ ਗਿਆ I - J - K। ਨੀਚੇ ਕੀ ਸੀਗਾ ਸਾਡੇ ਕੋਲ √27, √27 ਨੂੰ ਮੈਂ ਕੀ ਲਿਖ ਸਕਦਾ 9 ਗੁਣਾ 9, ਇੱਕ ਮਿੰਟ, 27 ਨੂੰ ਕੀ ਲਿਖਿਆ ਜਾ ਸਕਦਾ 3 ਗੁਣਾ 3 ਗੁਣਾ 3, ਅਨਰੂਟ 'ਚੋਂ ਇੱਕ ਬਾਹਰ ਆ ਗਿਆ ਤਾਂ ਕੀ ਬਣ ਗਿਆ 3 √3, 3 ਨਾਲ 3 ਕੱਟ ਗਿਆ ਤਾਂ ਨੀਚੇ ਕੀ ਬਚ ਗਿਆ ਸਾਡੇ ਕੋਲ √3 ਬਚ ਗਿਆ। ਤਾਂ ਉਮੀਦ ਕਰਦਾ ਤੁਹਾਨੂੰ ਇਹ ਸਾਰਾ ਜਿਹੜਾ ਹੈਗਾ ਸਮਝ ਆ ਗਿਆ ਹੁਣ ਚੈਪਟਰ। ਜੇ ਨਹੀਂ ਕੁਛ ਪਤਾ ਲੱਗਿਆ ਤਾਂ ਮੈਨੂੰ ਪੁੱਛ ਲਿਓ, ਅਤੇ ਇਹਨੂੰ ਹੁਣ ਤੁਸੀਂ ਚੰਗੀ ਤਰ੍ਹਾਂ ਕਰ ਲਓ, ਅਤੇ ਕੋਈ ਵੀ ਡਾਊਟ ਹੈਗਾ ਤਾਂ ਤੁਸੀਂ ਗਰੁੱਪ ਦੇ ਵਿੱਚ ਪੁੱਛ ਸਕਦੇ ਹੋ, ਠੀਕ ਹੈ। ਨਹੀਂ ਆਪਣਾ ਕੰਮ ਜਿਹੜਾ ਨਾਲ ਨਾਲ ਕਰੀ ਚੱਲੋ, ਕੰਮ ਨੂੰ ਪੈਂਡਿੰਗ ਨਾ ਛੱਡੋ। ਥੈਂਕ ਯੂ, ਉਮੀਦ ਕਰਦਾ ਤੁਹਾਨੂੰ ਸਮਝ ਆ ਗਿਆ ਹੋਊਗਾ।